ਸ਼੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੇ ਧਿਆਵਾਂ ਜੀ ਹਿਰਦੇ ਧਿਆਵਾਂ। ਸ਼੍ਰੀ ਗੁਰ ਰਾਮਦਾਸ ਗੁਣ ਗਾਵਾਂ। ਸ਼੍ਰੀ ਅਰਜਨ ਬਿਘਨ ਕੇ ਨਾਸ਼ਕ ਜੀ ਬਿਘਨ ਕੇ ਨਾਸ਼ਕ। ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਜੀ ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ। ਸ੍ਰੀ ਗੁਰ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ। ਗੁਰੂ ਗ੍ਰੰਥ ਸਾਹਿਬ ਓਦਦ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਦੋਹਰਾ ਪੰਚਹ ਸਿੱਖ ਪਰਿਵਾਰ ਕਾਰ। ਸਤਿਗੁਰ ਤਨ ਤਿਸ ਕਾਲ। ਮੰਦ ਮੰਦ ਰੋਦਤ ਅਧਿਕ ਸੰਕਟ ਪਾਏ ਕਰਾਲ। ਪੰਚਹ ਸਿੱਖ ਪਰਿਵਾਰ ਕਰ। ਸਤਿਗੁਰ ਤਨ ਤਿਸ ਕਾਲ। ਮੰਦ ਮੰਦ ਰੋਦਤ ਅਧਿਕ ਸੰਕਟ ਪਾਏ ਕਰਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਊਠ ਅਪਾਰ ਬੇਅੰਤ ਸੁਆਮੀ ਦੀਨ ਦਿਆਲ। ਹਾਜ਼ਰਾ ਹਜੂਰ ਜਹਰਾ ਜਹੂਰ ਦੀਨਾ ਬੰਧੂ ਭਗਤ ਵਛਲ। ਨਿਹ ਚੱਲ ਚੌਰ ਛਤਰ ਤਖਤ ਦੇ ਮਾਲਕ। ਪਾਵਨ ਸ਼ਬਦਾ ਅਵਤਾਰ ਧੰਨ ਧੰਨ ਸਾਹਿਬ। ਆਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ
ਸੰਧਿਆ ਸਮੇਂ ਦੇ ਸਜ ਰਹੇ ਪਾਵਨ ਪਵਿੱਤਰ ਦੀਵਾਨ ਅੰਦਰ ਧੰਨ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਖੁੱਲੇ ਦਰਸ਼ਨ ਦੀਦਾਰ ਕਰਨੇ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਸਤਿਗੁਰਾਂ ਦੀ ਮਿਹਰਾਮਤਾਂ ਦੇ ਸਦਕਾ ਨਿਤਾ ਪ੍ਰਤੀ ਸਾਧ ਸੰਗਤ ਦੀਆਂ ਘੜੀਆਂ ਦਾ ਆਨੰਦ ਮਾਣ ਰਹੇ ਹਾਂ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਜੀਵਨ ਦੀ ਅੰਮ੍ਰਿਤ ਰੂਪ ਗਾਥਾ ਕੰਨਾਂ ਦੇ ਡੋਨਿਆਂ ਰਾਹੀਂ ਸ਼ੱਕ ਕਰਕੇ ਸਭ ਤੇ ਉਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁੱਖ ਲੱਥਾ। ਸੱਚੇ ਪਾਤਸ਼ਾਹ ਮਹਾਰਾਜ ਦੇ ਪਵਿੱਤਰ ਜੀਵਨ ਤੋਂ ਜਾਣੂ ਹੋ ਰਹੇ ਹਾਂ। ਗਰੀਬ ਨਵਾਜ ਮਹਾਰਾਜ ਦੀਆਂ ਸ਼ੁਭ ਸਿੱਖਿਆਵਾਂ ਸੁਮੱਤਾਂ ਉਪਦੇਸ਼ ਹਿਰਦੇ ਵਿੱਚ ਵਸਾ ਕਰਕੇ ਅਥਾਹ ਸ਼ਰਧਾ ਦੇ ਧਾਰਨੀ ਹੋ ਰਹੇ ਹਾਂ। ਕੱਲ ਦੀ ਬਾਣ ਵਿੱਚ ਜਥਾ ਪ੍ਰਸੰਗ ਆਪਾਂ ਨੇ ਸ਼ਰਵਣ ਕੀਤਾ ਅਰ ਵਿਚਾਰਿਆ ਪੜ੍ਹਿਆ ਹੈ ਕਿ ਚੰਦੂ ਪਾਪੀ ਨੇ ਸਤਿਗੁਰੂ ਸਭਨਾਂ ਦਾ ਭਲਾ ਮਨਾਏਂਦਾ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਪਰਉਪਕਾਰੀ ਦੀਨਾ ਬੰਧੂ ਦੀਨ ਦਿਆਲ ਗਰੀਬ ਨਵਾਜ ਸਤਿਗੁਰਾਂ ਨੂੰ 5 ਦਿਨ ਦੇ ਕਰੀਬ ਤਸੀਹੇ ਦਿੱਤੇ ਹੈ। ਪਹਿਲੇ ਦਿਨ ਮਹਾਰਾਜ ਨੂੰ ਹਨੇਰੇ ਆਪਣੇ ਘਰ ਹਵੇਲੀ ਵਿੱਚ ਲਿਜਾ ਕੈਦ ਕੀਤਾ। ਦੂਜੇ ਦਿਨ ਪਾਤਸ਼ਾਹ ਨੂੰ ਸਾਰਾ ਦਿਨ ਭੁੱਖਾ ਰੱਖਿਆ, ਪ੍ਰਸ਼ਾਦਾ ਪਾਣੀ ਅਰ ਸੌਣਾ ਬੰਦ ਕਰ ਦਿੱਤਾ ਗਿਆ। ਤੀਜੇ ਦਿਨ ਹਜ਼ੂਰ ਨੂੰ ਦੇਗ ਵਿੱਚ ਉਬਾਲਿਆ। ਚੌਥੇ ਦਿਨ ਤੱਤੇ ਤਪਦੇ ਰੇਤੇ 'ਤੇ ਬਿਠਾ ਕੇ ਸੀਸ ਵਿੱਚ ਰੇਤਾ ਪਾਇਆ ਗਿਆ। ਔਰ ਪੰਜਵੇਂ ਦਿਨ ਸੱਚੇ ਪਾਤਸ਼ਾਹ ਮਹਾਰਾਜ ਨੂੰ ਦੁਪਹਿਰ ਦੇ ਲਾਗੇ ਤਾਗੇ ਤੱਤੀ ਤਵੀ ਉੱਪਰ ਬਿਠਾਇਆ। ਸੱਚੇ ਪਾਤਸ਼ਾਹ ਗਰੀਬ ਨਵਾਜ ਮਹਾਰਾਜ ਤੇਰਾ ਕੀਆ ਮੀਠਾ ਲਾਗੈ ਹਰ ਨਾਮ ਪਦਾਰਥ ਨਾਨਕ ਮੰਗੈ। ਇਹ ਪਰਮੇਸ਼ਰ ਦੇ ਭਾਣੇ ਨੂੰ ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਉਸ ਪਰਮੇਸ਼ਰ ਦੇ ਭਾਣੇ ਨੂੰ ਸੱਤ ਸੱਤ ਕਰਕੇ ਮੰਨਦੇ ਹੋਏ ਸਭ ਕੁਝ ਹੁੰਦਿਆਂ ਹੋਇਆਂ ਕੋਈ ਕਰਾਮਾਤ ਨਾ ਵਿਖਾਈ। ਮਹਾਰਾਜ ਨੂੰ ਵਾਰ-ਵਾਰ ਚੰਦੂ 2 ਲੱਖ ਰੁਪਈਆ ਦੇਣ ਨੂੰ ਔਰ ਆਪਣੀ ਪੁੱਤਰੀ ਦਾ ਰਿਸ਼ਤਾ ਹਰਗੋਬਿੰਦ ਸਾਹਿਬ ਲਈ ਮੰਨਣ ਵਾਸਤੇ ਕਹਿੰਦਾ ਹੈ। ਜਦੋਂ ਸੱਚੇ ਪਾਤਸ਼ਾਹ ਮਹਾਰਾਜ ਜੀ ਕੁਝ ਬੋਲੇ ਨਾ, ਮਹਾਰਾਜ ਨੇ ਪਹਿਲਾਂ ਸਾਫ਼ ਇਨਕਾਰ ਕੀਤਾ। ਚੰਦੂ ਨੂੰ ਚੈਨ ਨਹੀਂ ਆ ਰਿਹਾ ਵੀ ਮੈਂ ਬਹੁਤ ਤਸੀਹੇ ਵੀ ਦਿੱਤੇ ਹੈ, ਸੰਸਾਰ ਦੇ ਵਿੱਚ ਮੇਰੀ ਨਿੰਦਾ ਬੇਪਤੀ ਬਹੁਤ ਹੋ ਰਹੀ ਹੈ, ਅਤੇ ਜੇ ਹੁਣ ਗੁਰੂ ਅਰਜਨ ਦੇਵ ਸਾਹਿਬ ਜੀ ਨਾ ਮੰਨੇ ਰਿਸ਼ਤੇ ਵਾਸਤੇ ਗੱਲ ਮਾੜੀ ਹੈ। ਅਤੇ ਸਤਿਗੁਰਾਂ ਨੂੰ ਸੁਣਾ ਕੇ ਪੰਜਵੇਂ ਦਿਨ ਤੱਤੀ ਤਵੀ 'ਤੇ ਬਿਠਾਇਆ ਅਤੇ 6ਵੇਂ ਦਿਨ ਮਹਾਰਾਜ ਨੂੰ ਕਹਿੰਦਾ ਹੈ ਆਪਦੇ ਸੈਨਿਕਾਂ ਨੂੰ ਕੋਲ ਸੱਦ ਕੇ ਮਹਾਰਾਜ ਦੇ ਸਾਹਮਣੇ ਕਿ ਬੁੱਚੜਖਾਨੇ ਵਿੱਚੋਂ ਗਿੱਲੀ ਗਊ ਦੀ ਚਮੜੀ ਲੈ ਕੇ ਆਓ, ਕੱਲ੍ਹ ਨੂੰ ਅਸੀਂ ਇਹਨਾਂ ਨੂੰ ਗਿੱਲੇ ਚਾਮ ਵਿੱਚ ਮੜਾਂਗੇ। ਜਦੋਂ ਸਾਧ ਸੰਗਤ ਦੀ ਅਗਲਾ ਦਿਨ ਆਇਆ, ਚਾਮ ਵਿੱਚ ਮੜਨ ਵਾਸਤੇ ਖੱਲ ਲਿਆਂਦੀ ਗਈ ਗਊ ਦੀ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀਆਂ ਨੇ ਰਾਵੀ ਨਦੀ ਵਿੱਚ ਇਸ਼ਨਾਨ ਦੀ ਇੱਛਾ ਕੀਤੀ ਕਿ ਚੰਦੂ ਜੋ ਤੈਂ ਕਰਨਾ ਕਰ ਲਵੀਂ, ਪਰ ਅਸੀਂ ਇੱਕ ਵਾਰੀ ਰਾਵੀ ਦਰਿਆ ਨਦੀ ਵਿੱਚ ਇਸ਼ਨਾਨ ਕਰਨਾ ਲੋਚਦੇ ਹਾਂ। ਚੰਦੂ ਨੇ ਇਹ ਸਮਝ ਕੇ ਆਗਿਆ ਦੇ ਦਿੱਤੀ ਵੀ ਮਹਾਰਾਜ ਹੁਣ ਨਰਮ ਹੋ ਰਹੇ ਹੈ, ਜ਼ਰੂਰ ਮੇਰੀ ਪੁੱਤਰੀ ਦਾ ਰਿਸ਼ਤਾ ਮੰਨ ਜਾਣਗੇ, ਕਿਉਂਕਿ ਜ਼ਖਮਾਂ ਉੱਪਰ ਜਦੋਂ ਠੰਡਾ ਜਲ ਪਵੇਗਾ ਅਤੇ ਹੋਰ ਪੀੜਾ ਮਹਿਸੂਸ ਹੋਵੇਗੀ। ਇੱਕ ਤਸੀਹਾ ਵੱਡਾ ਹੋਰ ਮੈਨੂੰ ਦੇਣ ਤੋਂ ਬਿਨਾਂ ਹੀ ਗੁਰੂ ਸਾਹਿਬ ਨੂੰ ਮਿਲ ਜਾਣਾ। ਸੱਚੇ ਪਾਤਸ਼ਾਹ ਮਹਾਰਾਜ ਦੀਨ ਦਿਆਲ ਦੀਨਾ ਬੰਧੂ ਪਾਤਸ਼ਾਹ ਜੀ 5 ਸਿੱਖਾਂ ਸਮੇਤ ਸਾਧ ਸੰਗਤ ਦੀ ਰਾਵੀ ਨਦੀ 'ਤੇ ਗਏ। ਪਾਪੀ ਚੰਦੂ ਨੇ 10 ਕੁ ਸੈਨਿਕ ਆਪਦੇ ਨਾਲ ਭੇਜੇ ਹਥਿਆਰਬੰਦ।
ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀਆਂ ਨੇ ਪਹਿਲਾਂ 5 ਇਸ਼ਨਾਨ ਕੀਤੇ, ਫਿਰ ਖੁੱਲ੍ਹੇ ਠੰਡੇ ਜਲ ਵਿੱਚ ਰਜ ਰਜ ਇਸ਼ਨਾਨ ਕੀਤਾ। ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਚਾਦਰੇ ਦੀ ਬੁੱਕਲ ਮਾਰ ਕੇ ਸੁੱਕੇ ਬਸਤਰ ਪਹਿਨ ਕਰਕੇ ਨਦੀ ਦੇ ਕਿਨਾਰੇ ਬਹਿ ਗਏ ਹੈ। ਜਿਹੜੇ 5 ਸਿੱਖ ਇਹਨਾਂ ਵੀ ਇਸ਼ਨਾਨ ਪਾਣ ਕਰ ਲਿਆ, ਮਹਾਰਾਜ ਦੇ ਦੁਆਲੇ ਘੇਰਾ ਕੱਤ ਕੇ ਬੈਠ ਗਏ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀਆਂ ਉੱਚੀ ਆਵਾਜ਼ ਵਿੱਚ ਜਪਜੀ ਸਾਹਿਬ ਜੀ ਕੀ ਪਾਵਨ ਗੁਰੂ ਬਾਣੀ ਪੜ੍ਹਨਾ ਕੀਤੀ। ਫਿਰ ਸਾਰੇ ਸਿੱਖਾਂ ਨੂੰ ਬਾਣੀ ਪੜ੍ਹਨ ਉਪਰੰਤ ਸਮਝਾਇਆ ਵੀ ਅਸੀਂ ਹੁਣ ਇਹ ਸਰੀਰ ਛੱਡ ਦੇਣਾ ਚੰਦ ਸਮੇਂ ਅੰਦਰ, ਅਤੇ ਸਾਡੇ ਚੜ੍ਹਾਈ ਕਰ ਜਾਣ ਤੋਂ ਜੋਤੀ ਜੋਤ ਸਮਾਉਣ ਤੋਂ ਬਾਅਦ ਸਾਡੇ ਸਰੀਰ ਨੂੰ ਜਲ ਪ੍ਰਵਾਹ ਕਰਨਾ। ਬਾਕੀ ਸਾਡੇ ਪੁੱਤਰ ਹਰਗੋਬਿੰਦ ਸਾਹਿਬ ਨੂੰ ਸਾਡੀ ਇਹ ਸਿੱਖਿਆ ਦੇਣੀ ਕਿ ਗੁਰਤਾ 'ਤੇ ਬਹਿਣਾ ਹੈ, ਵੱਡਿਆਂ ਦਾ ਸਤਿਕਾਰ ਰੱਖਣਾ, ਬਾਬਾ ਬੁੱਢਾ ਸਾਹਿਬ ਮਹਾਂਪੁਰਖਾਂ ਦਾ ਆਦਰ ਸਤਿਕਾਰ ਹਮੇਸ਼ਾ ਕਰਨਾ ਹੈ, ਸਿੱਖਾਂ ਸੰਗਤਾਂ ਦੇ ਸਵੈਮਾਨ ਨੂੰ ਕਦੇ ਠੇਸ ਨਹੀਂ ਪਹੁੰਚਾਉਣੀ, ਉਹਨਾਂ ਦੀਆਂ ਆਸਾਂ 'ਤੇ ਪੂਰੇ ਉਤਰਨਾ ਹੈ। ਨਾਲ ਹੀ ਨਾਲ ਵਿਸ਼ੇਸ਼ ਸਾਡੀ ਇਹ ਹਦਾਇਤ ਹੈ, ਆਦੇਸ਼ ਹੈ ਹਰਗੋਬਿੰਦ ਸਾਹਿਬਜ਼ਾਦੇ ਨੂੰ ਵੀ ਕੇਵਲ ਮਾਲਾ ਫੜ ਕੇ ਅਤੇ ਹੁਣ ਤਖਤ 'ਤੇ ਨਹੀਂ ਬਹਿਣਾ, ਨਾਲ ਸ਼ਸਤਰ ਧਾਰਨ ਕਰਨੇ ਹੈ। ਜਿੰਨਾ ਬਲ ਪਵੇ ਉਹਨੇ ਨਾਲ ਨੌਜਵਾਨ ਸਿੱਖ ਸੂਰਮੇ ਰੱਖਣੇ ਹੈ। ਫੌਜ ਆਪਦੀ ਤਿਆਰ ਕਰਕੇ ਅਤੇ ਜ਼ੁਲਮ ਨੂੰ ਠੱਲ ਪਾਉਣੀ ਹੈ। ਚੰਦੂ ਵਰਗੇ ਪਾਪੀਆਂ ਦੇ ਗਲ ਨੱਕ ਵਿੱਚ ਨਕੇਲ ਪਾ ਕੇ ਇਹਨਾਂ ਨੂੰ ਕਮੌਤੇ ਮਾਰਨਾ ਹੈ। ਇੱਥੇ ਮਹਾਰਾਜ ਦਾ ਭਾਵ ਕੋਈ ਵੈਰ ਵਾਲਾ ਨਹੀਂ, ਪਰ ਜੈਕਾਰ ਕੀਓ ਧਰਮੀਆਂ ਕਾ ਪਾਪੀ ਕੋ ਡੰਡ ਦਿਓਏ, ਇਹ ਪਰਮੇਸ਼ਰ ਦਾ ਬਿਰਦ ਹੈ। ਭਗਤਾਂ ਸੰਤਾਂ ਦੀ ਲਾਜ ਰੱਖਣ ਵਾਸਤੇ ਪਰਮੇਸ਼ਰ ਦੁਸ਼ਟਾਂ ਨੂੰ ਸੰਘਾਰਦੇ ਆਏ ਹੈ। ਇਹ ਮਹਾਰਾਜ ਨੇ ਆਦੇਸ਼ ਜਾਰੀ ਕਰ ਦਿੱਤੇ। 5 ਸਿੱਖਾਂ ਨੂੰ ਆਖਿਆ ਸਾਡੇ ਸ਼ਹੀਦੀ ਤੋਂ ਬਾਅਦ ਤੁਸੀਂ ਇੱਥੋਂ ਅੰਮ੍ਰਿਤਸਰ ਚਲੇ ਜਾਣਾ। ਇਸ ਤਰ੍ਹਾਂ ਦਾ ਪ੍ਰਸੰਗ ਖਾਲਸਾ ਜੀ ਆਪਾਂ ਕੱਲ੍ਹ ਸ਼ਰਵਣ ਕੀਤਾ ਹੈ। ਚਿੱਟਾ ਚਾਦਰਾ ਉੱਪਰ ਲੈ ਕੇ ਹਜ਼ੂਰ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਧਰਤੀ 'ਤੇ ਲੇਟ ਗਏ ਹੈ। ਸਤਿਗੁਰਾਂ ਨੇ ਨੇਤਰ ਬੰਦ ਕਰ ਲਏ ਹੈ, ਅਤੇ ਜਿਵੇਂ ਹਾਥੀ ਗਲ ਵਿੱਚ ਸੁੱਕੀ ਮਾਲਾ ਲਾਉਂਦਾ ਹੈ, ਰਾਜਾ ਪੁਸ਼ਾਕਾ ਬਦਲ ਦਿੰਦਾ, ਨਵਾਂ ਪੁਸ਼ਾਕਾ ਪਾਉਂਦਾ ਹੈ। ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਮਿਲੀ ਸੰਪੂਰਨ ਥੀਆ ਰਾਮ। ਪਾਤਸ਼ਾਹ ਨੇ ਇਹ ਦੇਹੀ ਤਿਆਗ ਦਿੱਤੀ ਹੈ। ਵਿਵਾਨ 'ਤੇ ਚੜ੍ਹ ਕੇ ਦੇਵੀ ਦੇਵਤੇ ਜੈ ਜੈਕਾਰ ਕਰਦੇ ਹੈ, ਫੁੱਲਾਂ ਦੀ ਵਰਖਾ ਹੁੰਦੀ ਹੈ। ਲਾਹੌਰ ਦੇ ਉੱਪਰ ਸਾਰਾ ਅਸਮਾਨ ਲਾਲ ਸੁਰਖ ਹੋ ਗਿਆ, ਧਰਤੀ 'ਤੇ ਫੁੱਲ ਸਿੱਟ ਸਿੱਟ ਕੇ ਦੇਵੀ ਦੇਵਤਿਆਂ ਨੇ ਧਰਤ ਵੀ ਸੁਰਖ ਕਰ ਦਿੱਤੀ ਹੈ। ਇਸ ਤਰ੍ਹਾਂ ਸਾਧ ਸੰਗਤ ਜੀ ਬੜੀ ਮਹਾਰਾਜ ਮਿਹਰ ਵਰਤਾਉਂਦੇ ਹੋਏ ਅਤੇ ਸੱਚਖੰਡ ਪਾਤਸ਼ਾਹ ਜੀਆਂ ਜਾਪ ਪਿਆਨਾ ਕੀਤਾ ਹੈ। ਇੱਧਰ ਚੰਦੂ ਦੀ ਨੂੰਹ ਜਾਣ ਗਈ ਆ, ਕਿਉਂਕਿ ਲਾਹੌਰ ਦੇ ਹੋਰ ਕਿਸੇ ਵਾਸੀ ਨੂੰ ਇਹ ਕੌਤਕ ਸਮਝ ਨਹੀਂ ਆਇਆ ਵੀ ਇਹ ਕੀ ਹੋ ਰਿਹਾ ਹੈ। ਲਾਲ ਸੁਰਖ ਅਸਮਾਨ ਵੇਖ ਕੇ ਉਹ ਜਾਣ ਗਈ। ਸਿੱਖ ਦੀ ਧੀ ਸੀ, ਕਰਨੀ ਵਾਲੇ ਦੀ ਵੀ ਇਹ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਭਾਣਾ ਵਰਤਾ ਦਿੱਤਾ ਹੈ। ਸਣ ਕੇਸੀ ਇਸ਼ਨਾਨ ਕੀਤਾ, ਜਪਜੀ ਸਾਹਿਬ ਦੀ ਪਾਵਨ ਬਾਣੀ ਪੜ੍ਹ ਕੇ ਇਸ ਬੀਬੀ ਨੇ ਵੀ ਸਿਦਕ ਦੇ ਨਾਲ ਸਰੀਰ ਤਿਆਗ ਦਿੱਤਾ ਹੈ। ਤੋ ਇਸ ਤਰ੍ਹਾਂ ਸਾਧ ਸੰਗਤ ਜੀ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੇ ਆਪਣੇ ਵਿੱਚ ਭੇਦ ਕਰਕੇ ਇਸ ਨੂੰ ਸੱਚਖੰਡ ਲੈ ਕੇ ਗਏ। ਗਰੀਬ ਨਿਵਾਜ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਬੇਅੰਤ ਜੀਵਾਂ ਦੀ ਕਲਿਆਣ ਕੀਤੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਦਾ ਲਿਖਣਾ, ਹਰਿਮੰਦਰ ਸਾਹਿਬ ਬਣਾਉਣਾ, ਅੰਮ੍ਰਿਤ ਸਰੋਵਰ ਬਣਾਉਣਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਸਰੂਪ ਨੂੰ ਹਰਿਮੰਦਰ ਸਾਹਿਬ ਵਿੱਚ ਸਥਾਪਿਤ ਕਰਨਾ, ਕੋਠਾ ਸਾਹਿਬ ਵਾਲੇ ਸਥਾਨ 'ਤੇ ਸੁੱਖ ਆਸਣ ਹੋਣੇ। ਆਪ ਸੱਚੇ ਪਾਤਸ਼ਾਹ ਮਹਾਰਾਜ ਨੇ ਭੋਏ 'ਤੇ ਕੱਪੜਾ ਵਿਛਾ ਕੇ ਸੌਣਾ ਅਤੇ ਸਿੱਖਾਂ ਨੂੰ ਗੁਰਬਾਣੀ ਦਾ ਅਦਬ ਪੈ ਸਤਿਕਾਰ ਕਿਵੇਂ ਕਰੀਦਾ ਵਿਖਾਉਣਾ ਕੀਤਾ ਹੈ। ਹੋਰ ਸਾਧ ਸੰਗਤ ਜੀ ਬੜੇ ਬੇਅੰਤ ਮਹਾਰਾਜ ਨੇ ਪਰਉਪਕਾਰ ਕੀਤੇ, ਜਿਹੜੇ ਇੱਕ ਰਸਨਾ ਦੇ ਨਾਲ ਜਿਹਵਾ ਏਕ ਕਵਣ ਗੁਣ ਕਹੀ ਹੈ, ਬੇਸੁਮਾਰ ਬੇਅੰਤ ਸੁਆਮੀ ਤੇਰੋ ਅੰਤ ਨ ਕਿਨਹੀ ਲਹੀ ਹੈ। ਇੱਕ ਰਸਨਾ ਦੇ ਨਾਲ ਦੱਸੇ ਗਾਏ ਨਹੀਂ ਜਾ ਸਕਦੇ।
ਅੱਗੇ ਜਿਵੇਂ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਮੇਰਾਮਤਾਂ ਵਰਤਾ ਕੇ ਸੰਸਾਰ ਤੋਂ ਸੱਚਖੰਡ ਵਿਰਾਜੇ, ਪਿੱਛੋਂ ਜਿਹੜੇ ਸਿੱਖ ਹੈ ਉਹਨਾਂ ਨੇ ਮਹਾਰਾਜ ਦੀ ਅੰਤਮ ਕਿਰਿਆ ਕੀਤੀ। ਉਹ ਸਾਰਾ ਪ੍ਰਸੰਗ ਜਿਹੜਾ ਆ ਰਿਹਾ ਹੈ, ਚਿੱਤ ਬਿਰਤੀ ਨੂੰ ਇਕਾਗਰ ਕਰਦਿਆਂ ਹੋਇਆਂ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੂੰ ਹਿਰਦੇ ਵਸਾਈਏ ਜੀ। ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਪੰਚਹ ਸਿੱਖ ਪਰਿਵਾਰ ਕਰ। ਜਦੋਂ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀਆਂ ਸਰੀਰ ਤਿਆਗ ਦਿੱਤਾ, ਸੱਚਖੰਡ ਪਿਆਨਾ ਕਰ ਗਏ। ਪਿੱਛੋਂ ਭਾਈ ਪੈੜਾ, ਭਾਈ ਪੁਰਾਣਾ, ਭਾਈ ਜੇਠਾ, ਬਾਬਾ ਲੰਗਾ ਜੀ, ਬਾਬਾ ਬਿਧੀ ਚੰਦ ਜੀ, ਇਹ ਪੰਜ ਸਿੱਖ ਮਹਾਰਾਜ ਦੇ ਉਸ ਸੁੰਦਰ ਸਰੀਰ ਨੂੰ ਘੇਰਾ ਕੱਤ ਕੇ ਖੜੇ ਹੋਏ ਹਨ। ਸਤਿਗੁਰ ਤਨ ਤਿਸ ਕਾਲ। ਜਿੱਥੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਦਾ ਇਹ ਸੁੰਦਰ ਪਾਵਨ ਸਰੀਰ ਪਿਆ ਹੋਇਆ ਹੈ, ਸਤਿਗੁਰਾਂ ਦੇ ਸਰੀਰ ਦੇ ਦੁਆਲੇ ਇਹ ਪੰਜੇ ਸਿੱਖ ਵਿਰਾਗ ਦੇ ਨਾਲ ਖੜੇ ਹੋਏ ਹਨ, ਘੇਰਾ ਘੱਤ ਕਰਕੇ। ਮੰਦ ਮੰਦ ਰੋਦਿਤ ਅਧਿਕ। ਪ੍ਰਾਣਾ ਤੋਂ ਪਿਆਰੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਸੱਚਖੰਡ ਪਿਆਨਾ ਕਰਨ 'ਤੇ ਪੰਜੇ ਸਿੱਖ ਸਾਧ ਸੰਗਤ ਜੀ ਬੜਾ ਵਿਰਾਗ ਕਰਦੇ ਹੈ। ਹੌਲੀ ਹੌਲੀ ਨੇਤਰਾਂ ਦੇ ਵਿੱਚੋਂ ਜਲ ਕੇਰ ਰਹੇ ਹਨ। ਸੰਕਟ ਪਾਏ ਕਰਾਲ। ਜਿਨ੍ਹਾਂ ਸਿੱਖਾਂ ਨੇ ਸਤਿਗੁਰੂ ਅਰਜਨ ਦੇਵ ਮਹਾਰਾਜ ਦੇ ਦਰਸ਼ਨ ਕੀਤੇ, ਸਾਰੀ ਉਮਰ ਸੇਵਾ ਕੀਤੀ, ਬੇਅੰਤ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ, ਅੱਜ ਪ੍ਰਾਣਾ ਤੋਂ ਪਿਆਰੇ ਸੱਚੇ ਪਾਤਸ਼ਾਹ ਜੀ ਦੇ ਸੱਚਖੰਡ ਪਿਆਨੇ 'ਤੇ ਬਾਬਾ ਬਿਧੀ ਚੰਦ, ਭਾਈ ਪੈੜਾ, ਜੇਠਾ, ਲੰਗਾ, ਪੁਰਾਣਾ ਜੀ ਵਰਗੇ ਗੁਰਮੁਖ ਪਿਆਰੇ ਨੇਤਰਾਂ 'ਚੋਂ ਜਲ ਕੇਰਦੇ ਹੈ। ਹਿਰਦੇ ਨੂੰ ਬਹੁਤ ਸੰਕਟ ਲੱਗਿਆ, ਜਿਵੇਂ ਮੱਛੀ ਨੂੰ ਪਾਣੀ ਤੋਂ ਦੂਰ ਕੀਤਾ ਜਾਂਦਾ ਹੈ। ਚੌਪਈ ਕਹਿ ਜੇਠਾ ਵੱਡ ਵੰਸ ਹੈ ਅਰਗਾਵੋ। ਤੇ ਭਾਈ ਜੇਠਾ ਜੀ ਉੱਥੇ ਜਿਹੜਾ ਰਾਗੀ ਸਿੱਖ ਇੱਕ ਆਇਆ ਹੋਇਆ ਹੈ, ਉਹ ਸੱਚੇ ਪਾਤਸ਼ਾਹ ਮਹਾਰਾਜ ਦੇ ਜਿਉਂਦਿਆਂ ਜੀ ਆਇਆ ਸੀ, ਇੱਥੇ ਹੁੰਦਿਆਂ ਹੋਇਆਂ। ਉਹ ਭਾਈ ਜੇਠਾ ਜੀ ਉਹਨੂੰ ਕਹਿੰਦੇ ਆ ਕਿ ਭਾਈ ਗੁਰਮੁਖਾ, ਵੱਡ ਹੰਸ ਰਾਗ ਦੇ ਵਿੱਚ ਤੂੰ ਅਲਾਣੀਆਂ ਦਾ ਕੀਰਤਨ ਕਰਨਾ ਕਰ। ਗੁਰ ਪਰਲੋਕ ਭਾ ਸ਼ਬਦ ਸੁਣਾਵੋ। ਜਾਂ ਗੁਰੂ ਜੀ ਜਿਵੇਂ ਪਰਲੋਕ ਗਏ ਚਲੇ ਆਏ, ਕੋਈ ਪਰਲੋਕ ਗਏ, ਜਾਂ ਜਿਵੇਂ ਕੋਈ ਵਿਰਾਗ ਦੇ ਸ਼ਬਦ ਵੱਡ ਹੰਸ ਰਾਗ ਦੇ ਗਾਉਣਾ ਕਰ। ਕਾਰਾ ਗ੍ਰਹਿ ਥਲ ਪਾਪੀ ਬੈਸੇ। ਇਧਰ ਸਾਧ ਸੰਗਤ ਜੀ ਗੁਰੂ ਅਰਜਨ ਦੇਵ ਪਾਤਸ਼ਾਹ ਸੱਚਖੰਡ ਪਿਆਨਾ ਕਰ ਗਏ ਰਾਵੀ ਦੇ ਕੰਢੇ 'ਤੇ, ਜਿੱਥੇ ਇੱਧਰ ਚੰਦੂ ਦੀ ਹਵੇਲੀ ਹੈ। ਇੱਥੇ ਜਿਹੜੇ ਦੁਸ਼ਟ ਪਾਪੀ ਹੈ ਉਹ ਆ ਇੱਥੇ ਚੰਦੂ ਦੀ ਹਵੇਲੀ ਵਿੱਚ ਚੰਦੂ ਵਰਗੇ ਤੇ ਹੋਰ ਜਲਾਦ ਸਿਪਾਹੀ ਬੈਠੇ ਹੋਏ ਹਨ। ਕਰਤ ਪ੍ਰਤੀਖਣ ਆਏ ਨ ਕੈਸੇ। ਤੇ ਸੋਚਦੇ ਆ ਵੀ ਗੁਰੂ ਜੀ ਅਜੇ ਆਏ ਨਹੀਂ, ਸਮਾਂ ਬਹੁਤ ਹੋ ਚੱਲਿਆ, ਤੜਕੇ ਦੇ ਇਸ਼ਨਾਨ ਕਰਨ ਗਏ ਹੋਏ ਹੈ, ਅਜੇ ਵਾਪਸ ਨਹੀਂ ਮੁੜ ਕੇ ਆਏ ਹਨ। ਵੱਡੀ ਦੇਰ ਲਾਗੀ ਨਹਿ ਆਏ। ਇੰਨਾ ਸਮਾਂ ਲੱਗਣਾ ਨਹੀਂ ਚਾਹੀਦਾ, ਬਹੁਤੀ ਦੇਰ ਲੱਗ ਗਈ ਹੈ, ਅਜੇ ਤੱਕ ਆਏ ਨਹੀਂ। ਕਹਾਂ ਭਈ ਗਤ ਲਖੀ ਨ ਜਾਏ। ਵੀ ਕੀ ਗੱਲ ਹੈ, ਗੁਰੂ ਜੀ ਆਏ ਕਿਉਂ ਨਹੀਂ? ਇਹ ਚੰਦੂ ਪਾਪੀ ਸੋਚਦਾ ਹੈ, ਉੱਥੋਂ ਦੇ ਜਲਾਦ ਸੋਚਦੇ ਹੈ, ਇਹ ਚੰਦੂ ਦੀ ਹਵੇਲੀ ਵਿੱਚ ਬੈਠੇ ਮਹਾਰਾਜ ਨੂੰ ਉਡੀਕਦੇ ਕਦੋਂ ਆਉਂਦੇ ਹੈ, ਜਾਣਿਆ ਨਹੀਂ ਜਾਂਦਾ ਕੀ ਕਾਰਨ ਹੈ, ਅਜੇ ਵਾਪਸ ਨਹੀਂ ਮੁੜੇ ਇਸ਼ਨਾਨ ਕਰਕੇ। ਇਤਨੇ ਮਹਿ ਉਤਲਾਵਤ ਆਵਾ। ਇੰਨੇ ਨੂੰ ਸਾਧ ਸੰਗਤ ਜੀ ਚੰਦੂ ਪਾਪੀ ਵੀ ਜਿਹੜਾ ਦੌੜਿਆ ਹੋਇਆ ਆਪਣੇ ਘਰੋਂ ਆਇਆ ਹੈ। ਸੇਵਕ ਸੰਗ ਕਿਤੇ ਕਰ ਲਾਵਾ। ਤੇ ਕਿੰਨੇ ਕੁ ਸੇਵਕ ਜਿਹੜੇ ਹੈ, ਉਹ ਜਿਹੜੇ ਚੰਦੂ ਦੇ ਕੋਈ ਸੈਨਿਕ ਸਿਪਾਹੀ ਹੈ, ਚੰਦੂ ਪਾਪੀ ਨੇ ਨਾਲ ਕਰ ਲਏ, ਤੋਰ ਲਏ ਹਨ। ਤੂਰਨ ਆਏ ਤੀਰ ਪਰ ਹੇਰੇ। ਤੇ ਜਲਦੀ ਨਾਲ ਹਵੇਲੀ ਚੋਂ ਨਿਕਲਿਆ ਚੰਦੂ, ਕੁਝ ਥੋੜ੍ਹੀ ਸੈਨਾ ਜੀ ਲੈ ਕੇ, 5-7 ਬੰਦੇ ਲੈ ਕੇ ਰਾਵੀ ਨਦੀ ਦੇ ਕੰਢੇ 'ਤੇ ਜਿੱਥੇ ਮਹਾਰਾਜ ਇਸ਼ਨਾਨ ਕਰਨ ਆਏ ਹੋਏ ਹੈ, ਇੱਧਰ ਵਾਲੇ ਪਾਸੇ ਆਣ ਜਦੋਂ ਵੇਖਿਆ ਹੈ, ਪਰੇ ਚਾਦਰੇ ਤਾਣ ਵਡੇਰੇ। ਧੰਨ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਦਾ ਸੱਚਖੰਡ ਵਿਰਾਜ ਚੁੱਕੇ ਆ, ਜਾ ਚੁੱਕੇ ਆ, ਤੇ ਚਾਦਰੇ ਤਾਣਿਆ ਹੋਇਆ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਸਰੀਰ ਜਿਵੇਂ ਪਿਆ ਹੋਇਆ ਧਰਤੀ ਉੱਪਰ। ਬਹੁ ਦਿਨ ਭਏ ਨ ਸੁਪਤਨ ਦੀਨ। ਚੰਦੂ ਜਿਹੜਾ ਸੋਚਦਾ ਹੈ ਵੀ ਵੇਖੋ ਕਿਵੇਂ ਗੁਰੂ ਅਰਜਨ ਦੇਵ ਚਾਦਰਾ ਤਾਣ ਕੇ ਨਦੀ ਦੇ ਕਿਨਾਰੇ ਸੁੱਤੇ ਪਏ ਹੈ,
ਤੇ ਮੈਂ ਭਾਵੇਂ ਇਹਨਾਂ ਨੂੰ ਕਿੰਨੇ ਦਿਨਾਂ ਤੋਂ ਸੌਣ ਨਹੀਂ ਦਿੱਤਾ ਹੈ। ਭਿਖ ਅਵਸਰ ਕੋ ਨਿੰਦਰਾ ਲੀਨ। ਤੇ ਹੁਣ ਮੌਕਾ ਜਾ ਵੇਖ ਕੇ ਤੇ ਇੱਥੇ ਆਪਦੀ ਨੀਂਦ ਪੂਰੀ ਕਰ ਰਹੇ ਐ। ਨਦੀ ਦੇ ਠੰਡੇ ਕੰਢੇ ਤੇ ਸੌਂ ਰਹੇ ਐ, ਨੀਂਦ ਪੂਰੀ ਕਰ ਰਹੇ ਐ ਵੀ ਇੱਥੇ ਕੋਈ ਰੋਕਣ ਟੋਕਣ ਵਾਲਾ ਨਹੀਂ ਹੈ। ਅਬ ਸੂਧੋ ਭਾ ਮਨ ਨਹਿ ਨਾਤਾ। ਤੇ ਮਨ ਚ ਸੋਚਿਆ ਵੀ ਹੁਣ ਨਾ ਲੱਗਦਾ ਗੁਰੂ ਅਰਜਨ ਦੇਵ ਮਹਾਰਾਜ ਦਾ ਮਨ ਸਰਲ ਹੋ ਰਿਹਾ, ਹੁਣ ਮੇਰੇ ਨਾਲ ਸਿੱਧੇ ਹੋ ਕੇ ਨਾਤਾ ਮੰਨ ਲੈਣਗੇ, ਕਿਉਂਕਿ ਨੀਂਦਰਾ ਬਹੁਤ ਇਹਨਾਂ ਨੂੰ ਚੜ੍ਹ ਚੁੱਕਾ ਹੈ। ਵੇਖੋ ਧਰਤੀ ਤੇ ਲੇਟ ਕੇ ਚੋਰੀ ਨੀਂਦ ਪੂਰੀ ਕਰਦੇ ਆ। ਚੰਦੂ ਸੋਚਦਾ ਤੇ ਹੁਣ ਮੇਰੀ ਧੀ ਦਾ ਜ਼ਰੂਰ ਰਿਸ਼ਤਾ ਮੰਨ ਲੈਣਗੇ। ਭਿਖ ਅਵਸਰ ਧਰਮ ਜਾਣ ਤੇ ਉਰ ਡਰ ਪਾਤਾ। ਵੀ ਹੁਣ ਗੁਰੂ ਅਰਜਨ ਦੇਵ ਜੀ ਆਪਦਾ ਧਰਮ ਜਾਣ ਤੋਂ ਵੀ ਮੈਨੂੰ ਖਾਲਚ ਨਾ ਮੜਦੇ ਚੰਦੂ ਕਿਤੇ, ਤੇ ਡਰ ਗਏ ਆ ਮੇਰੇ ਪਾਸੋਂ। ਨਿਕਟ ਗਇਓ ਨਰ ਲੈ ਸਮੁਦਾਏ। ਦੂਰੋਂ ਵੇਖਿਆ ਮਹਾਰਾਜ ਨੂੰ ਦੌੜਿਆ ਹੋਇਆ, ਨਾਲ ਲੈ ਕੇ ਆਪਦੀ ਫੌਜੀ ਬੰਦੇ ਕੁਝ, ਤੇ ਦੌੜ ਕੇ ਮਹਾਰਾਜ ਦੇ ਪਾਸ ਪਹੁੰਚਿਆ ਹੈ। ਸੁਪਤ ਜਾਣ ਕਰ ਦੁਸ਼ਟ ਅਲਾਏ। ਤੇ ਸੁੱਤੇ ਜਾਣ ਕੇ ਗੁਰੂ ਅਰਜਨ ਦੇਵ ਸਾਹਿਬ ਨੂੰ ਪਾਪੀ ਚੰਦੂ ਉੱਚੀ ਆਵਾਜ਼ ਵਿੱਚ ਬੋਲਿਆ ਵੈ। ਕਿਮ ਤੁਮ ਕੋ ਅਬ ਨਿੰਦਰਾ ਆਈ। ਕਹਿੰਦਾ ਗੁਰੂ ਅਰਜਨ ਦੇਵ ਹੁਣ ਕਿਵੇਂ ਤੁਹਾਨੂੰ ਇੱਥੇ ਨੀਂਦਰ ਆਏ ਹੋਈ ਲੰਮੀਆਂ ਤਾਣ ਕੇ ਪਏ ਹੋਏ ਹੋ। ਹੋਏ ਨਿਚਿੰਤ ਸੋਇਓ ਸੁਖ ਪਾਈ। ਕਿਵੇਂ ਸੁਖ ਪਾ ਕੇ ਬੇਫਿਕਰ ਹੋ ਕਰਕੇ ਰਾਵੀ ਦੇ ਕੰਢੇ ਤੇ ਸੁੱਤੇ ਪਏ ਹੋ। ਸੁਤਾ ਕੁਮਾਰੀ ਮੈਂ ਨਿਤ ਹੇਰੇ। ਮੈਂ ਆਪਦੀ ਕੁਵਾਰੀ ਧੀ ਨੂੰ ਜਦੋਂ ਰੋਜ਼ ਆਪਣੇ ਘਰ ਵਿੱਚ ਵੇਖਦਾ ਹਾਂ, ਤਜੀ ਨੀਂਦ ਦਿਨ ਬਿਤੇ ਕਨੇਰੇ। ਤੇ ਮੇਰੀ ਨੀਂਦ ਉੱਡ ਗਈ। ਬੜੇ ਦਿਨ ਹੋ ਗਏ, ਮੇਰੀ ਨੀਂਦ ਤਾਂ ਉਦੋਂ ਹੀ ਉੱਡ ਗਈ ਸੀ ਜਦੋਂ ਤੁਸੀਂ ਰਿਸ਼ਤੇ ਤੋਂ ਜਵਾਬ ਦਿੱਤਾ, ਤੇ ਹੁਣ ਆਪ ਮੇਰੀਆਂ ਨੀਂਦਾਂ ਉਡਾ ਕੇ ਤੇ ਰਾਵੀ ਦੇ ਕੰਢੇ ਤੇ ਆਨੰਦ ਦੇ ਨਾਲ ਸੁੱਤੇ ਪਏ ਹੋ। ਤਬ ਵਿਧੀਏ ਬਾਹਰੋਏ ਸੁਨਾਇਓ। ਤੇ ਬਾਬਾ ਬਿਧੀ ਚੰਦ ਜੀਆਂ ਨੇਤਰਾਂ ਚੋਂ ਜਲ ਕੇਰਦਿਆਂ ਹੋਇਆਂ ਇਸ ਪਾਪੀ ਚੰਦੂ ਨੂੰ ਉੱਚੀ ਆਵਾਜ਼ ਵਿੱਚ ਆਖਿਆ ਹੈ। ਦੁਸ਼ਟ ਪਾਤ ਕੀ ਪਾਪ ਕਮਾਇਓ। ਓ ਪਾਪੀ ਚੰਦੂ, ਓ ਦੁਸ਼ਟਾ, ਜਿਹੜਾ ਪਾਪ ਤੈਂ ਕਮਾਉਣਾ ਸੀ ਉਹ ਤੂੰ ਕਮਾ ਦਿੱਤਾ ਹੈ। ਸੱਚੇ ਪਾਤਸ਼ਾਹ ਜੀ ਦੋਸ਼ ਦੇ ਕੇ ਤੇਰੇ ਸਿਰ ਚੜ੍ਹ ਕੇ ਇਸ ਸਥਾਨ ਤੋਂ ਸੱਚਖੰਡ ਚਲੇ ਗਏ। ਉਹ ਪਾਪੀ ਚੰਦੂ, ਤੂੰ ਜਿੱਡਾ ਕਹਿਰ ਕਮਾਉਣਾ ਸੀ ਕਮਾ ਦਿੱਤਾ ਹੈ, ਹੁਣ ਇੱਥੇ ਕੀ ਲੈਣ ਆਇਆ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਤੇਰੇ ਸਿਰ ਪਾਪ ਦਾ ਭਾਰ ਕਰ ਦਿੱਤਾ ਹੈ। ਗਏ ਪ੍ਰਲੋਕ ਦੇਹ ਤਜ ਕਹਿ ਕੈ। ਸੱਚੇ ਪਾਤਸ਼ਾਹ ਜੀ ਅੱਜ ਪਰਲੋਕ ਗਏ ਚਲੇ, ਅੰਮ੍ਰਿਤ ਵੇਲੇ ਸਰੀਰ ਸਤਿਗੁਰਾਂ ਨੇ ਛੱਡ ਦਿੱਤਾ ਹੈ, ਸੁੱਤੇ ਨਹੀਂ, ਸੱਚਖੰਡ ਵਿਰਾਜ ਗਏ ਹਨ। ਕਰ ਕੂਰੋ ਮਾਰਹਿ ਹਤਿਆਰੇ। ਪਰ ਮਹਾਰਾਜ ਨੇ ਤੈਨੂੰ ਝੂਠਾ ਕਰਕੇ ਮਾਰਨਾ ਹਥਿਆਰਿਆ। ਸਤਿਗੁਰੂ ਅਰਜਨ ਦੇਵ ਪਾਤਸ਼ਾਹ ਜੀ ਆਪ ਭਾਵੇਂ ਸੱਚਖੰਡ ਚਲੇ ਗਏ ਹੈ, ਪਰ ਪਾਪੀਆ ਤੈਨੂੰ ਝੂਠਾ ਕਰ ਗਏ ਹਨ। ਬਚਹਿ ਨਹੀਂ ਕਰ ਜਤਨ ਹਜ਼ਾਰੇ। ਜਿੰਨਾ ਮਰਜੀ ਯਤਨ ਕਰ ਲਾ, ਬਾਬਾ ਬਿਧੀ ਚੰਦ ਜੀ ਕਹਿੰਦੇ ਆ, ਜਿੱਥੇ ਮਰਜੀ ਸਤਵੇਂ ਪਤਾਲ 'ਚ ਲੁਕ ਜਾ, ਸਤਵੇਂ ਆਕਾਸ਼ 'ਚ ਲੁਕ ਜਾ, ਪਾਪੀ ਚੰਦੂ ਤੈਨੂੰ ਛੱਡਾਂਗੇ ਨਹੀਂ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਝੂਠਾ ਤਾਂ ਤੈਨੂੰ ਕਰ ਹੀ ਦਿੱਤਾ ਹੈ। ਅਸੀਂ ਗੁਰੂ ਕੇ ਸਿੱਖ ਜਿਹਨੂੰ ਵੀ ਮਾਰਾਂਗੇ ਝੂਠਾ ਕਰਕੇ ਮਾਰਾਂਗੇ। ਤੂੰ ਝੂਠਾ ਹੈ, ਤੇ ਜਿਸ ਕਰਕੇ ਮਹਾਰਾਜ ਨੇ ਇਹ ਤੇਰੇ ਸਿਰ ਚੜ੍ਹ ਕੇ ਪਾਪ ਚੜ੍ਹਾ ਕੇ ਸ਼ਹਾਦਤ ਦੇ ਦਿੱਤੀ ਹੈ। ਜਿੱਥੇ ਮਰਜੀ ਛੁਪ ਲਈ, ਤੈਨੂੰ ਜਿਉਂਦਾ ਨਹੀਂ ਛੱਡਾਂਗੇ। ਕੁਛ ਡਰ ਪਤ ਔਰ ਮਹਿ ਬਿਸਮਾਇਓ। ਚੰਦੂ ਡਰ ਗਿਆ, ਕਿਉਂਕਿ ਬਿਧੀ ਚੰਦ ਜਰਵਾਣੇ ਬੜੇ ਸੀ। ਜਦੋਂ ਇੱਕੋ ਵਾਰੀ ਗੱਜ ਕੇ ਬੋਲੇ ਨਾ, ਚੰਦੂ ਪੈਰ ਕੱਢ ਗਿਆ, ਡਰਦਾ ਹੋਇਆ ਬੋਲਿਆ ਹੈ। ਤਤ ਛਿਨ ਹਟ ਕਰ ਧਾਮ ਸਿਧਾਇਓ। ਕੰਬਣ ਲੱਗ ਗਿਆ ਬਾਬਾ ਬਿਧੀ ਚੰਦ ਦੀ ਆਵਾਜ਼ ਗਰਜਵੀਂ ਸੁਣ ਕੇ, ਵੀ ਇਹ ਕੀ ਗੱਲ ਬਣ ਗਈ ਹੈ। ਮੈਂ ਸੋਚਿਆ ਸੀ ਨਾਤਾ ਮੰਨਣਗੇ, ਇੱਕੋ ਵਾਰੀ ਜਦੋਂ ਡਰਿਆ ਵੀ ਹੁਣ ਇੱਥੇ ਸਿੱਖ ਆ ਜਾਣਗੇ, ਕੁੱਟਮਾਰ ਹੋਊਗੀ, ਸਿਪਾਹੀ ਥੋੜ੍ਹੇ ਆ ਮੇਰੇ ਨਾਲ, ਤੇ ਡਰਦਾ ਹੋਇਆ ਦੌੜ ਕੇ ਆਪਣੇ ਘਰ ਨੂੰ ਮੁੜ ਗਿਆ ਹੈ। ਸਦਨ ਰੁਦਨ ਵੱਡ ਸੁਣਿਓ ਪੁਕਾਰਾ। ਇੱਧਰ ਘਰੇ ਕਿਹੜਾ ਸੁੱਖ ਸੀਗੀ। ਘਰੇ ਆਉਂਦਿਆਂ ਨੂੰ ਸਾਧ ਸੰਗਤ ਜੀ ਦੀ ਨੂੰਹ ਚੜ੍ਹਾਈ ਕਰ ਚੁੱਕੀ ਸੀ ਚੰਦੂ ਦੀ। ਆਉਂਦਿਆਂ ਨੂੰ ਘਰ ਵਿੱਚ ਵੀ ਬੜਾ ਪਿੱਟ ਸਿਆਪਾ ਪਿਆ ਹੋਇਆ, ਉੱਚੀ ਉੱਚੀ ਕਰਲਾਉਣ ਦੀ ਰੋਣ ਦੀ ਆਵਾਜ਼ ਆ ਰਹੀ ਹੈ। ਚਕਿਤ ਚਿੱਤ ਹੋਵੈ ਤਬਹਿ ਉਚਾਰਾ। ਬੜਾ ਹੈਰਾਨ ਹੋਇਆ ਘਰ ਵਿੱਚ ਕੂਕਾਂ ਚੀਕਾਂ ਪਿੱਟ ਸਿਆਪਾ ਹੁੰਦਾ ਵੇਖ ਕੇ। ਕਿਆ ਹੋਇਆ ਕਿਆ ਕਰਹੁ ਬਿਰਲਾਪਾ। ਉੱਚੀ ਸਾਰੀ ਬੋਲਦਾ, ਕਹਿੰਦੇ ਕੀ ਹੋ ਗਿਆ, ਕਿਹੜੀ ਗੱਲ ਦਾ ਸਿਆਪਾ ਪਾਇਆ ਹੋਇਆ, ਕਿਉਂ ਰੋ ਰਹੇ ਹੋ, ਕਿਉਂ ਪਿੱਟ ਸਿਆਪਾ ਕਰ ਰਹੇ ਹੋ। ਕਿਉਂਕਿ ਕੰਬ ਗਿਆ ਅੰਦਰੋਂ, ਇੰਨਾ ਰੋਂਦਾ ਵੇਖ ਕੇ ਪਤਾ ਲੱਗ ਗਿਆ ਵੀ ਕੋਈ ਘਰੇ ਵੀ ਚੜ੍ਹਾਈ ਕਰ ਗਿਆ।
ਤੇ ਕੰਬਦਾ ਹੋਇਆ ਡਰਦਾ ਹੋਇਆ ਬੋਲਦਾ ਵੀ ਹੁਣ ਘਰੇ ਦੱਸੋ ਕੀ ਗੱਲ ਬਣ ਗਈ ਆ, ਕਿਉਂ ਇੱਥੇ ਇੰਨਾ ਬਿਰਲਾਪ, ਇੰਨਾ ਰੋਣ ਪਿੱਟਣ ਹੋ ਰਿਹਾ ਹੈ। ਕੌਣ ਗਜਬ ਗੁਜਰਿਓ ਫਲ ਪਾਪਾ। ਕਿਹੜੇ ਫਲ ਦਾ ਮੈਨੂੰ ਪਾਪ ਦਾ ਫਲ ਮਿਲ ਗਿਆ, ਹੁਣ ਘਰੇ ਕਿਹੜਾ ਗਜਬ ਗੁਜ਼ਰ ਗਿਆ, ਘਰੇ ਹੁਣ ਕਿਹੜੀ ਮੇਰੇ ਤੇ ਮੁਸੀਬਤ ਟੁੱਟ ਪਈ ਹੈ। ਸੇਵਕ ਆਨ ਕਹਿਓ ਤਤਕਾਲਾ। ਇੱਕ ਸੇਵਕ ਨੇ ਚੰਦੂ ਨੂੰ ਆ ਕੇ ਦੱਸਣਾ ਕੀਤਾ ਹੈ। ਨੁਖਾ ਅੰਮ੍ਰਿਤ ਆਚਕ ਪਾ ਕਾਲਾ। ਆਖਿਆ ਚੰਦੂ ਜਨਾਬ, ਤੁਹਾਡੀ ਨੂੰਹ ਜਿਹੜੀ ਆ ਨਾ ਉਹ ਅਚਾਨਕ ਹੀ ਮੌਤ ਨੂੰ ਪਿਆਰ ਹੋ ਗਈ ਹੈ, ਰੱਬ ਨੂੰ ਪਿਆਰੀ ਚੜ੍ਹਾਈ ਕਰ ਗਈ ਹੈ। ਅਚਾਨਕ ਹੀ ਤੁਹਾਡੀ ਨੂੰਹ ਅੱਜ ਅੰਮ੍ਰਿਤ ਵੇਲੇ ਚੜ੍ਹਾਈ ਕਰ ਗਈ ਹੈ। ਅਨੇਕ ਤਰਕਣਾ ਸੁਣਤ ਵਿਚਾਰ ਹੈ। ਤੇ ਅਨੇਕਾਂ ਤਰ੍ਹਾਂ ਦੀਆਂ ਤਰਕਣਾਂ ਨੀਆਂ ਸੁਣਦਾ, ਕਿਉਂਕਿ ਲੋਕ ਆਏ ਹੋਏ ਲਾਹੌਰ ਦੇ ਵਿੱਚ ਕਹੀ ਜਾਂਦੇ ਆ ਕਿ ਨੇ 5 ਦਿਨਾਂ ਤੋਂ ਅੱਤ ਚੁੱਕੀ ਹੋਈ ਸੀ, ਗੁਰੂ ਅਰਜਨ ਦੇਵ ਮਹਾਰਾਜ ਨੂੰ ਤਸੀਹੇ ਦਿੰਦਾ ਸੀ ਤੇ ਉਹਦਾ ਫਲ ਤਾਂ ਮਿਲਣਾ ਹੀ ਸੀ। ਉਹ ਵਿੱਚੋਂ ਵਿੱਚ ਤਰਕਣਾ ਜੀ ਦੀ ਗੱਲ ਸਾਰਿਆਂ ਦੇ ਮੂੰਹ ਚੋਂ ਨਿਕਲਦੀ ਹੈ, ਚਾਹੇ ਕੋਈ ਹੌਲੀ ਬੋਲਦੇ ਪਰ ਹਟਦੇ ਨਹੀਂ। ਮਾੜੀਆਂ ਮੋਟੀਆਂ ਜਦੋਂ ਸੁਣਾਉਂਦੇ ਆ ਤੇ ਇਹ ਵੀ ਸੁਣ ਕੇ ਬੜਾ ਵਿਚਾਰਦਾ ਹੈ। ਬਿਨਾ ਰੋਗ ਕਿਮ ਮਰੀ ਉਚਾਰ ਹੈ। ਵੀ ਹੈ ਤਾਂ ਚੰਗੀ ਭਲੀ ਸੀ, ਤੰਦਰੁਸਤ ਸੀ, ਕੋਈ ਰੋਗ ਨਹੀਂ। ਅੰਮ੍ਰਿਤ ਵੇਲੇ ਮੈਂ ਠੀਕ ਠਾਕ ਛੱਡ ਕੇ ਗਿਆ ਹਾਂ, ਬਿਲਕੁਲ ਠੀਕ ਠਾਕ ਹੈ ਸੀ। ਦੁਖੀ ਵਿਸੂਰਤ ਮੂਰਖ ਮਾਨੀ। ਤੇ ਕਹਿੰਦਾ ਸਾਰਿਆਂ ਨੂੰ ਵੀ ਤਾਂ ਬਿਲਕੁਲ ਦਰੁਸਤ ਸੀ, ਤੰਦਰੁਸਤ ਸੀ, ਮੇਰੀ ਨੂੰਹ ਧੀ, ਇਹਨੂੰ ਕੀ ਬਣਿਆ ਹੈ ਪੁੱਛਦਾ, ਤੇ ਨਾਲੇ ਦੁਖੀ ਹੋ ਕਰਕੇ ਝੂਰਦਾ, ਮਨ ਦਾ ਮੂਰਖ, ਹੰਕਾਰ ਦਾ ਮਾਰਿਆ ਹੋਇਆ। ਮਨੋ ਕਸ਼ਟ ਕੀ ਉਪਜ ਨਿਸ਼ਾਨੀ। ਕਵੀ ਜੀ ਕਹਿੰਦੇ ਮੰਨ ਲਓ ਹੁਣ ਗੁਰੂ ਅਰਜਨ ਦੇਵ ਮਹਾਰਾਜ ਦੇ ਬਚਨ ਪੂਰੇ ਹੋਣੇ ਸ਼ੁਰੂ ਹੋ ਗਏ ਹੈ, ਕਸ਼ਟ ਦੇ ਲੱਛਣ ਪ੍ਰਗਟ ਹੋਣ ਲੱਗ ਪਏ, ਵੀ ਹੁਣ ਇਹਦੇ ਮਾੜੇ ਦਿਨ ਸ਼ੁਰੂ ਹੋ ਗਏ ਹੈ, ਅੱਜ ਆਰੰਭਤਾ ਹੋ ਗਈ ਹੈ, ਇਸ ਤਰ੍ਹਾਂ ਵੇਖਣਾ ਚਾਹੀਏ। ਮ੍ਰਿਤਕ ਕਿਰਿਆ ਕਰਵਾਵਤ ਭਏ। ਫਿਰ ਆਪਣੀ ਨੂੰਹ ਦੀ ਮ੍ਰਿਤਕ ਕਿਰਿਆ ਇਸ਼ਨਾਨ ਪਾਣੀ ਦੀ ਇਹਨਾਂ ਸਾਰੇ ਰਲ ਕੇ ਕਰਵਾਈ ਹੈ। ਜਾਰਨ ਨਦੀ ਤੀਰ ਲੈ ਗਏ। ਤੇ ਇਹਦੀ ਅਰਥੀ ਚੁੱਕ ਕੇ ਸਾੜਨ ਵਾਸਤੇ ਜਦੋਂ ਰਾਵੀ ਨਦੀ ਦੇ ਕੰਢੇ ਲੈ ਕੇ ਗਏ ਹੈ। ਉਤ ਸਤਿਗੁਰ ਕੀ ਸੁਧ ਬਿਦਤਾਈ। ਉਧਰ ਸਾਧ ਸੰਗਤ ਜੀ ਸਾਰੇ ਲਾਹੌਰ ਵਿੱਚ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਸੱਚਖੰਡ ਗਵਨ ਕਰਨ ਦੀ ਗੱਲ ਫੈਲ ਚੁੱਕੀ ਹੈ। ਪਰਿਓ ਰਾਉਰਪੁਰ ਨਰ ਸਮੁਦਾਈ। ਸਾਰੇ ਲਾਹੌਰ ਦੇ ਸਿੱਖਾਂ ਤੇ ਲਾਗੇ ਤਾਗੇ ਪਿੰਡਾਂ ਦੀ ਸੰਗਤ ਦੇ ਵਿੱਚ ਇਹ ਗੱਲ ਪਹੁੰਚ ਚੁੱਕੀ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸੱਚੇ ਪਾਤਸ਼ਾਹ ਮਹਾਰਾਜ ਸੱਚਖੰਡ ਚਲੇ ਜਾ ਚੁੱਕੇ ਹੈ। ਸਭ ਪਾਸੇ ਰੌਲਾ ਪਿਆ ਹੋਇਆ ਹੈ। ਗ੍ਰਹਿ ਚੰਦੂ ਕੇ ਗੁਰ ਤਜ ਦੇਹ। ਇਧਰ ਸਾਧ ਸੰਗਤ ਦੀ ਸੰਗਤਾਂ ਜਾਣ ਗਈਆਂ ਵੀ ਚੰਦੂ ਦੇ ਘਰ ਵਿੱਚ ਚੰਦੂ ਨੇ ਤਸੀਹੇ ਦਿੱਤੇ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੂੰ ਸ਼ਹੀਦ ਕਰ ਦਿੱਤਾ ਹੈ। ਸੁਣ ਸੁਣ ਸਿੱਖ ਨਿਕਸੇ ਤਜ ਗ੍ਰਹਿ। ਪਿੰਡਾਂ ਸ਼ਹਿਰਾਂ ਦੀ ਸੰਗਤ ਘਰ ਛੱਡ ਛੱਡ ਕੇ ਛੇਤੀ ਨਾਲ ਰਾਵੀ ਦੇ ਕੰਢੇ ਪਹੁੰਚਣ ਲੱਗੀ ਹੈ। ਨਦੀ ਤੀਰ ਸ਼੍ਰੀ ਗੁਰ ਅਬ ਅਹੈ। ਇਹ ਜਾਣ ਲਿਆ, ਸਭ ਨੂੰ ਪਤਾ ਲੱਗ ਗਿਆ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸੱਚਖੰਡ ਗਏ ਚਲੇ ਹੈ ਤੇ ਉਹ ਹੁਣ ਜਿਹੜਾ ਅੰਤਮ ਮ੍ਰਿਤਕ ਸਰੀਰ ਹੈ ਸੱਚੇ ਪਾਤਸ਼ਾਹ ਜੀ ਦੀ ਪਾਵਨ ਦੇਹ ਉਹ ਰਾਵੀ ਨਦੀ ਦੇ ਕੰਢੇ ਉੱਪਰ ਸਿੱਖਾਂ ਪਾਸ ਹੈ। ਧਾਏ ਧਾਏ ਮਾਨਵ ਗਨ ਲਹੈ। ਦੌੜ ਦੌੜ ਕੇ ਸਾਧ ਸੰਗਤ ਦੀ ਪ੍ਰੇਮ ਦੀਆਂ ਭਿੱਜੀਆਂ ਸੰਗਤਾਂ ਨੇਤਰਾਂ ਚੋਂ ਜਲ ਕੇਰਦੀਆਂ ਰੋਂਦੀਆਂ ਹੋਈਆਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੇ ਅੰਤਮ ਸਰੀਰ ਦੇ ਪਾਸ ਇੱਥੇ ਨਦੀ ਕਿਨਾਰੇ ਪਹੁੰਚ ਰਹੀਆਂ ਨੇ। ਤਜ ਤਜ ਕਾਜ ਬਨਕ ਵਿਵਹਾਰ। ਸਾਰਿਆਂ ਕੰਮਕਾਰ ਛੱਡ ਦਿੱਤੇ, ਮਾਈਆਂ ਭਾਈਆਂ ਬੱਚਿਆਂ ਬੁੱਢਿਆਂ ਸਭ ਨੇ ਕੰਮਕਾਰ ਛੱਡ ਕੇ ਦੌੜ ਪਈ ਸੰਗਤ ਦਵਾ ਦਵ। ਜਿਹੜੇ ਲਾਹੌਰ ਦੇ ਬਾਣੀਏ ਸੀ ਸਾਧ ਸੰਗਤ ਜੀ ਦੁਕਾਨਾਂ ਵਧਾ ਵਧਾ ਕੇ ਮਹਾਰਾਜ ਦੇ ਦਰਸ਼ਨ ਅੰਤਮ ਕਰਨ ਵਾਸਤੇ ਪਹੁੰਚ ਰਹੇ ਹੈ। ਆਵਹਿ ਲਾਰ ਭਰੇ ਨਰ ਨਾਰ। ਤੋ ਸਾਰੀ ਸੰਗਤ ਆ ਰਹੀ, ਸਾਧ ਸੰਗਤ ਜੀ ਬੜੀ ਤੇਜ਼ੀ ਦੇ ਨਾਲ ਸੰਗਤਾਂ ਇੱਥੇ ਪਹੁੰਚ ਰਹੀਆਂ, ਬੜੀ ਭੀੜ ਮਚ ਰਹੀ ਹੈ। ਭਈ ਭੀੜ ਕੁਛ ਗਿਣੀ ਨ ਜਾਏ। ਐਨ ਲੈਣਾ ਵੱਜ ਵੱਜ ਸੰਗਤਾਂ ਆ ਰਹੀਆਂ, ਕੁਝ ਹੀ ਸਮੇਂ ਵਿੱਚ ਇੰਨੀ ਕੁ ਭੀੜ ਹੋ ਗਈ ਵੀ ਗਿਣੀ ਨਹੀਂ ਜਾਂਦੀ। ਰਾਵੀ ਦਰਿਆ ਦਾ ਦੋ ਪਾਸਿਓਂ ਕੰਢੇ ਐਨ ਲਬਾ ਲਬ ਸੰਗਤ ਨਾਲ ਭਰ ਗਏ ਹਨ। ਕਿਤਕ ਸਮਗਰੀ ਲੈ ਕਰ ਆਏ। ਸੰਗਤਾਂ ਕਿੰਨੀ ਕੁ ਸਮੱਗਰੀ, ਕੋਈ ਚੰਦਨ ਚੁੱਕੀ ਲਿਆਉਂਦਾ ਹੈ, ਕੋਈ ਕੇਸਰ, ਇਸ ਤਰ੍ਹਾਂ ਸਾਧ ਸੰਗਤ ਦੀ ਬੇਅੰਤ ਤਰ੍ਹਾਂ ਫੁੱਲਾਂ ਦੇ ਅੰਬਾਰ ਢੇਰ ਪੰਡਾਂ ਬਨ ਬਨ ਕੇ ਸੰਗਤਾਂ ਲੈ ਲੈ ਕੇ ਆ ਰਹੀਆਂ ਹਨ। ਅਤਰ ਫੂਲ ਅੰਬੀਰ ਗੁਲਾਲ। ਅੰਬੀਰ ਕੋਈ ਸਾਧ ਸੰਗਤ ਜੀ ਆ ਗੁਲਾਲ ਹੁੰਦਾ ਉਹ ਲੈ ਕੇ ਆਏ ਹੈ।
ਤੋ ਮਹਿਕਦਾਰ ਖੁਸ਼ਬੂਦਾਰ ਫੁੱਲ, ਕੋਈ ਅਤਰ ਆਦਿਕ ਐਸੀਆਂ ਵਸਤਾਂ ਖੁਸ਼ਬੂਦਾਰ। ਬਰਖਾਵਤ ਹੋਏ ਧਰ ਲਾਲ। ਤੋ ਸਾਧ ਸੰਗਤ ਜੀ, ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਦੇ ਉੱਪਰ ਬਰਖਾ ਕੀਤੀ ਜਾ ਰਹੀ ਹੈ। ਫੁੱਲਾਂ ਦੀ ਧਰਤੀ ਲਾਲ ਹੋ ਗਈ ਹੈ, ਜਿੱਥੇ ਸੱਚੇ ਪਾਤਸ਼ਾਹ ਮਹਾਰਾਜ ਦਾ ਪਾਵਨ ਸਰੀਰ ਹੈ। ਨਦੀ ਤੀਰ ਥਿਰ ਸਿੱਖ ਚੱਲ ਆਏ। ਇਸ ਤਰ੍ਹਾਂ ਸਾਰੀਆਂ ਸਿੱਖ ਸੰਗਤਾਂ ਨਦੀ ਦੇ ਕੰਢੇ ਆ ਗਈਆਂ, ਇੱਥੇ ਟਿਕ ਗਈਆਂ ਤੇ ਮਹਾਰਾਜ ਦੇ ਅੰਤਮ ਦਰਸ਼ਨ ਹੋ ਰਹੇ ਹਨ। ਵਿਧੀ ਚੰਦ ਆਦਿਕ ਦਰਸਾਏ। ਬਾਬਾ ਬਿਧੀ ਚੰਦ ਜੀ ਵਰਗੇ ਹੋਰ ਪੰਜੇ ਸਿੱਖ ਜਦੋਂ ਇੱਥੇ ਖੜੇ ਦਿਸ ਰਹੇ ਹਨ। ਬੂਝੀ ਸਰਬ ਵਾਰਤਾ ਗੁਰ ਕੀ। ਸੰਗਤ ਨੇ ਬਾਬਾ ਬਿਧੀ ਚੰਦ ਵਰਗਿਆਂ ਤੋਂ ਸਾਰੀ ਪੁੱਛਦੇ ਹਨ ਆ ਕੇ ਵੀ ਕੀ ਭਾਣਾ ਵਾਪਰਿਆ ਵੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ, ਕਿਉਂਕਿ ਸੰਗਤ ਨੂੰ ਕੋਈ ਪਤਾ ਨਹੀਂ ਸੀ। ਲਾਹੌਰ ਵਾਲੀ ਸੰਗਤ ਨੂੰ ਤਾਂ ਪਤਾ ਸੀ ਵੀ ਚੰਦੂ ਕਰ ਰਿਹਾ ਸਾਰਾ ਕੁਝ, ਪਾਸਿਆਸ ਦੀ ਸੰਗਤ ਨੂੰ ਤਾਂ ਐਂ ਸੀ ਵੀ ਗੁਰੂ ਅਰਜਨ ਦੇਵ ਮਹਾਰਾਜ ਅੰਮ੍ਰਿਤਸਰ ਸਾਹਿਬ ਹੀ ਹੈ। ਇੱਥੇ ਲਾਹੌਰ ਵਾਲੀਆਂ ਸੰਗਤਾਂ ਨੂੰ ਜ਼ਰੂਰ ਪਤਾ ਸੀ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ 5-6 ਦਿਨ ਤੋਂ ਨਦਰ ਨਹੀਂ ਆਉਂਦੇ, ਚੰਦੂ ਨੇ ਕਿੱਥੇ ਰੱਖ ਲਏ। ਬਾਅਦ ਵਿੱਚ ਹੁਣ ਨਿਰਣਾ ਹੀ ਹੋ ਗਿਆ ਵੀ ਚੰਦੂ ਨੇ ਸ਼ਹੀਦ ਕਰ ਦਿੱਤੇ ਆ, ਪਰ ਜਿਹੜੀ ਪਾਸਿਓਂ ਸੰਗਤ ਆਉਂਦੀ ਉਹਨਾਂ ਨੂੰ ਪਤਾ ਨਹੀਂ, ਤੇ ਬਾਬਾ ਬਿਧੀ ਚੰਦ ਵਰਗਿਆਂ ਤੋਂ ਉਹ ਸੰਗਤ ਇਸ ਤਰ੍ਹਾਂ ਪੁੱਛਦੀ ਹੈ। ਸਭ ਸੋ ਕਹੀ ਕਹੀ ਜਿਮ ਉਰ ਕੀ। ਵੀ ਸਾਨੂੰ ਦੱਸੋ ਕੀ ਭਾਣਾ ਵਾਪਰਿਆ। ਫਿਰ ਉਹ ਬਾਬਾ ਬਿਧੀ ਚੰਦ ਜੀਆਂ ਸਾਰੀ ਗੱਲ ਆਈ ਹੋਈ ਸੰਗਤ ਨੂੰ ਉੱਚੀ ਬੋਲ ਕੇ ਦੱਸੀ ਹੈ। ਨਹੀਂ ਦੇਹ ਕੋ ਦਾਹ ਉਚਾਰਾ। ਤੇ ਨਾਲੇ ਵੀ ਦੱਸ ਦਿੱਤਾ ਵੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਆਪਣੇ ਸਰੀਰ ਦਾ ਦਾਹ ਸੰਸਕਾਰ ਕਰਨ ਬਾਬਤ ਨਹੀਂ ਆਖਿਆ ਹੈ। ਕਰਹ ਪ੍ਰਵਾਹਣ ਬਾਰ ਮਝਾਰਾ। ਵੀ ਸਾਡਾ ਇਹ ਸਰੀਰ ਜਿਹੜਾ ਸਾਥੋਂ ਬਾਅਦ ਰਾਵੀ ਦਰਿਆ ਦੇ ਵਿੱਚ ਹੀ ਜਲ ਪ੍ਰਵਾਹ ਕਰ ਦੇਣਾ ਹੈ। ਮੇਰੋ ਦਰਸ਼ਨ ਇਹ ਦਰਿਆਓ। ਤੇ ਇਹ ਰਾਵੀ ਦਰਿਆ ਦੇ ਦਰਸ਼ਨ ਹੀ ਸਾਡੇ ਦਰਸ਼ਨ ਹੋਇਆ ਕਰਨਗੇ। ਉੱਤਰ ਕੋ ਸਿਰ ਦਛਣ ਪਾਓ। ਦੱਖਣ ਵੱਲ ਨੂੰ ਚਰਨ ਜਿਹੜੇ ਆ ਤੇ ਉੱਤਰ ਵੱਲ ਨੂੰ ਸਾਡਾ ਸੀਸ ਕਰਨਾ ਹੈ ਜਦੋਂ ਜਲ ਪ੍ਰਵਾਹ ਕਰੋਗੇ। ਸੁਣ ਸਿੱਖ ਸਦਨ ਸਦਨ ਰੁਦਨਾਏ। ਇਹ ਬਾਬਾ ਬਿਧੀ ਚੰਦ ਜੀਆਂ ਸਾਰੀ ਗੱਲ ਸੰਗਤ ਆਈ ਹੋਈ ਨੂੰ ਸੁਣਾ ਦਿੱਤੀ ਹੈ। ਜਿਹੜੀ ਸਿੱਖ ਸੰਗਤ ਆਈ ਹੋਈ ਸਾਧ ਸੰਗਤ ਦੀ ਸੁਣ ਕੇ ਬੜੇ ਦੁਖੀ ਹੁੰਦੇ ਆ। ਘਰਾਂ ਚੋਂ ਵੀ ਸਿੱਖ ਰੋਂਦੇ ਹੋਏ ਭੁੱਬਾਂ ਮਾਰਦੇ ਰਾਵੀ ਤੇ ਹੋਰ ਪਹੁੰਚ ਰਹੇ ਹਨ। ਦੌਰ ਦੌਰ ਮਿਲ ਕੈ ਸਮੁਦਾਇ। ਵੀ ਮਹਾਰਾਜ ਦੇ ਅੰਤਮ ਦਰਸ਼ਨ ਕਰ ਲਈਏ। ਦੌੜ ਦੌੜ ਕੇ ਸੰਗਤਾਂ ਮਿਲ ਕੇ ਜਥੇ ਬਨ ਕੇ ਆ ਰਹੀਆਂ ਨੇ। ਵਾਹਿਗੁਰੂ ਸਭ ਬਦਨ ਕਹੰਤੇ। ਸਾਰੀਆਂ ਸੰਗਤਾਂ ਇੱਕ ਥਾਂ ਇੱਥੇ ਰਾਵੀ ਕੰਢੇ ਖੜੀਆਂ ਹੋਈਆਂ ਵਾਹਿਗੁਰੂ 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 ਦਾ ਜਾਪ ਕਰ ਰਹੀਆਂ ਨੇ। ਇਕੱਠੇ ਭਏ ਅਧਿਕ ਦੁਖ ਦੁਖੀ ਬਹੁਤ ਹੈ, ਨੇਤਰਾਂ ਵਿੱਚ ਜਾਲ ਹੈ ਤੇ ਨਾਲ ਵਾਹਿਗੁਰੂ ਦਾ ਸਿਮਰਨ ਹੋ ਰਿਹਾ ਹੈ। ਤਤ ਛਿਨ ਸੁੰਦਰ ਰਚਿਓ ਬਿਮਾਨਾ। ਰਲ ਕੇ ਸੰਗਤ ਨੇ ਬੜਾ ਸੁੰਦਰ ਵਿਮਾਨ ਸਤਿਗੁਰਾਂ ਦੇ ਅੰਤਮ ਕਿਰਿਆ ਵਾਸਤੇ ਸਜਾਉਣਾ ਕੀਤਾ ਹੈ। ਸਿੱਖਣ ਖਰਚਿਓ ਦਰਬ ਮਹਾਨਾ। ਸਿੱਖਾਂ ਨੇ ਬੜਾ ਮਾਇਆ ਖਰਚ ਕੇ ਬੜਾ ਸੁੰਦਰ ਵਿਮਾਨ ਸਤਿਗੁਰਾਂ ਦੇ ਅੰਤਮ ਯਾਤਰਾ ਵਾਸਤੇ ਬਣਵਾਇਆ ਹੈ। ਸਤਿਗੁਰ ਸੇਵ ਜੇ ਹੋਏ ਇਸ ਸਮੇਂ। ਸਿੱਖਾਂ ਦੇ ਮਨ ਦਾ ਫੁਰਨਾ ਤੇ ਇੱਕ ਦੂਜੇ ਨੂੰ ਕਹਿੰਦੇ ਭਾਈ ਅੰਤਲੇ ਸਮੇਂ ਜੇ ਕਿਤੇ ਹੁਣ ਸਤਿਗੁਰੂ ਅਰਜਨ ਦੇਵ ਮਹਾਰਾਜ ਦੀ ਇਸ ਵਕਤ ਵੀ ਆਪਾਂ ਸੇਵਾ ਕਰ ਲਈਏ ਤਾਂ ਵੱਡੇ ਭਾਗ ਤੇ ਪ੍ਰਾਪਤ ਹਮੈ। ਸਾਡੇ ਵੱਡੇ ਭਾਗ ਹੈ ਵੀ ਸਾਨੂੰ ਮਹਾਰਾਜ ਦੇ ਅੰਤਮ ਕਿਰਿਆ ਦੀ ਸੇਵਾ ਨਸੀਬ ਹੋ ਰਹੀ ਹੈ। ਇਹ ਸੋਚ ਕੇ ਸੰਗਤਾਂ ਬੇਅੰਤ ਮਾਇਆ ਖਰਚ ਕਰ ਰਹੀਆਂ ਹਨ। ਫਲ ਅਤੋਟ ਹੋਵੇ ਕੌਣ ਸੋ ਜਾਣੈ। ਕੋਈ ਜਾਣ ਨਹੀਂ ਸਕਦਾ, ਦੱਸ ਨਹੀਂ ਸਕਦਾ ਵੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੀ ਅੰਤਮ ਕਿਰਿਆ ਦੀ ਸੇਵਾ ਦਾ ਕਿੰਨਾ ਫਲ ਹੋਵੇਗਾ। ਅਤੁੱਟ ਫਲ ਮਿਲੇਗਾ, ਬੇਅੰਤ ਫਲ ਮਿਲਣਗੇ। ਸਤਿਗੁਰੂ ਲੋਕ ਪ੍ਰਲੋਕ ਦੇ ਸੁਖ ਬਖਸ਼ਣ ਵਾਲੇ ਦੀਨ ਦਿਆਲ ਕੋਈ ਜਾਣਦਾ ਨਹੀਂ ਕਿੰਨਾ ਫਲ ਮਿਲੇਗਾ। ਸੇਵਾ ਲੁੱਟ ਲਓ ਭਾਈ ਅੰਤਲੇ ਸਮੇਂ ਦੀ। ਮਿਲਹਿ ਪਰਸ ਪਰ ਏਵ ਬਖਾਨੈ। ਉਹ ਕਵੀ ਜੀ ਕਹਿੰਦੇ ਇਸ ਤਰ੍ਹਾਂ ਦੀਆਂ ਗੱਲਾਂ ਸੰਗਤਾਂ ਆਪਸ ਵਿੱਚ ਮਿਲ ਕੇ ਆਖ ਰਹੀਆਂ ਹਨ। ਜਰੀ ਬਾਦਲਾ ਰੇਸ਼ਮ ਚੀਰ। ਉਹ ਬੜੇ ਜਰੀਦਾਰ ਸਾਧ ਸੰਗ ਜੀ ਰੇਸ਼ਮ ਦੇ ਕੱਪੜੇ ਜਿਹੜੇ ਵੈ ਹੋਰ ਬਾਦਲ ਤਰ੍ਹਾਂ ਦੇ ਜਿਹੜੇ ਕੋਈ ਕੱਪੜੇ ਹੈ ਜਰੀਦਾਰ ਬਰੀਕ ਤੰਦ ਦੀਆਂ ਬਣੀਆਂ ਹੋਈਆਂ ਤਾਰਾਂ ਦੇ ਕੱਪੜੇ ਬੇਸ਼ਕੀਮਤੀ ਜੋ। ਪਰ ਹੈ ਦੁਸਾਲੇ ਮੋਲ ਗਹੀਰ। ਬੇਅੰਤ ਦੁਸ਼ਾਲੇ ਜਿਹੜੇ ਬੇਸ਼ਕੀਮਤੀ ਮਹਿੰਗੇ ਮੁੱਲ ਦੇ ਹਨ ਜਿਨ੍ਹਾਂ ਦੀ ਕੋਈ ਕੀਮਤ ਨਹੀਂ ਹੈ। ਸੇਤ ਬਸਤਰ ਮਸਰੂ ਬਿਦ ਘਨੇ। ਬੜੇ ਤਰ੍ਹਾਂ ਦਾ ਬਸਤਰ ਆ, ਚਿੱਟੇ ਰੰਗ ਦਾ ਮਸਰੂ ਬਸਤਰ ਉਹਨਾਂ ਸਮਿਆਂ 'ਚ ਹੁੰਦਾ ਸੀ ਜਿਹਦੇ ਵਿੱਚ ਜਿਵੇਂ ਖੱਦਰ
ਤੇ ਖੱਦਰ ਦੇ ਵਿੱਚ ਸਾਧ ਸੰਗ ਜਾਂ ਸੂਤ ਤੇ ਖੱਦਰ ਦੇ ਵਿੱਚ ਰੇਸ਼ਮ ਦੀਆਂ ਜਿਹੜੀਆਂ ਉਹ ਧਾਰੀਆਂ ਪਾ ਦਿੰਦੇ ਹੁੰਦੇ ਸੀ ਕਢਾਈ 'ਚ, ਉਹਨੂੰ ਮਸਰੂ ਬਸਤਰ ਉਦੋਂ ਆਖਦੇ ਹੁੰਦੇ ਸੀ। ਇਸ ਤਰ੍ਹਾਂ ਦੇ ਜਿਹੜੇ ਸੁੰਦਰ ਬਸਤਰ ਹਨ, ਉਪਰ ਪਾਏ ਸ਼ੋਕ ਮਨ ਸਨੇ। ਸਿੱਖਾਂ ਨੇ ਮਨ ਵਿਰਾਗ ਸਹਿਤ ਦੁਖੀ ਹਿਰਦੇ ਦੇ ਨਾਲ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਸਰੀਰ ਉੱਪਰ ਬੇਸ਼ਕੀਮਤੀ ਬਸਤਰ ਜਿਹੜੇ ਪਹਿਨਾਉਣਾ ਕੀਤੇ ਹੈ, ਉੱਪਰ ਵੱਡੀਆਂ ਖੁੱਲੇ ਚਾਦਰੇ ਤਾਣ ਦਿੱਤੇ ਹਨ। ਸ਼ੰਖ ਬ੍ਰਿੰਦ ਭਰ ਫੂਕ ਬਜਾਏ। ਤੇ ਸ਼ੰਖ ਵੱਜਦੇ ਆ ਫੂਕਾਂ ਭਰ ਭਰ ਕੇ, ਚਾਰ ਚਫੇਰਿਓਂ ਸ਼ੰਖਾਂ ਦੀ ਧੁਨ ਆ ਰਹੀ ਹੈ। ਸ੍ਰੀ ਗੁਰ ਕੀ ਜੈ ਊਚ ਸੁਨਾਏ। ਉੱਚੀ ਉੱਚੀ ਸੰਗਤਾਂ ਜੈ ਜੈਕਾਰ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ, ਧੰਨ ਹੋ ਧੰਨ ਹੋ ਧੰਨ ਹੋ, ਜੈ ਜੈਕਾਰ ਹੁੰਦੀ ਹੈ। ਚਾਮਰ ਚਾਰ ਚਾਰ ਦਿਸ ਫੇਰੇ। ਚਾਰ ਚਫੇਰਿਓਂ ਸੁੰਦਰ ਚੌਰ ਸਾਹਿਬ ਹੋ ਰਹੇ ਹਨ। ਫੂਲ ਮਾਲ ਲਰਕਾਏ ਕਨੇਰੇ। ਤੇ ਜਿਸ ਤੇ ਮਹਾਰਾਜ ਦੀ ਅੰਤਮ ਯਾਤਰਾ ਵਿਮਾਨ ਜਿਹੜਾ, ਉਹਦੇ ਤੇ ਚਾਰ ਚਫੇਰੇ ਸੁੰਦਰ ਫੁੱਲਾਂ ਦੀਆਂ ਮਾਲਾ, ਸੁੰਦਰ ਫੁੱਲਾਂ ਦੀ ਮਾਲਾ ਤੇ ਫੂਲ ਮਾਲਾ ਕੀਤੀ ਜਾ ਰਹੀ ਹੈ। ਚੰਦਨ ਚਰਚ ਹੈ ਧੂਪ ਤੁਖਾਵਹਿ। ਚੰਦਨ ਛਿੜਕਿਆ ਜਾ ਰਿਹਾ, ਧੂਫਾਂ ਤੁਖਾਈਆਂ ਜਾ ਰਹੀਆਂ ਸੁਗੰਧੀਦਾਰ। ਕਰ ਜੋ ਰਹਿ ਔਰ ਪ੍ਰੇਮ ਵਧਾਵਹਿ। ਸੰਗਤਾਂ ਹੱਥ ਜੋੜ ਜੋੜ ਕੇ ਖਲੀਆਂ ਸਿਮਰਨ ਕਰਦੀਆਂ, ਗੁਰੂ ਅਰਜਨ ਦੇਵ ਮਹਾਰਾਜ ਦੇ ਪਰ ਉਪਕਾਰਾਂ ਨੂੰ ਯਾਦ ਕਰਦੀਆਂ, ਹਿਰਦੇ ਵਿੱਚ ਬੜਾ ਪ੍ਰੇਮ ਵਧਾ ਰਹੀਆਂ ਹਨ। ਸਨੈ ਸਨੈ ਚੰਦੂ ਖਲ ਨਿੰਦਾ ਹੈ। ਤੇ ਆਪਸ ਵਿੱਚ ਹੌਲੀ ਹੌਲੀ ਸਿੱਖ ਜਿਹੜੇ ਬੋਲਦੇ ਆ, ਤੇ ਚੰਦੂ ਦੀ ਬੜੀ ਨਿੰਦਿਆ ਹੋ ਰਹੀ ਹੈ। ਬੜੀ ਫਿੱਟ ਲਾਹਣਤ, ਬੜੀਆਂ ਜਿਹੜੀਆਂ ਵਾ ਲਾਹਣਤਾਂ, ਤ੍ਰਿਗਾਕਾਰ ਫਿੱਟ ਲਾਹਣਤਾਂ ਚੰਦੂ ਨੂੰ ਪੈ ਰਹੀਆਂ ਹਨ। ਗੁਰ ਹਥਿਆਰਾ ਦੇਖੀ ਬਿੰਦਾ ਹੈ। ਦੋਖੀ ਕਹਿੰਦੇ ਵੀ ਗੁਰੂ ਦਾ ਹਥਿਆਰ ਹੈ, ਗੁਰੂ ਸਤਿਗੁਰੂ ਅਰਜਨ ਦੇਵ ਮਹਾਰਾਜ ਨੂੰ ਸ਼ਹੀਦ ਕਰਨ ਵਾਲਾ ਮੂਰਖ ਪਾਪੀ ਚੰਦੂ ਹੈ। ਇਹ ਸਾਰਾ ਕੁਝ ਕੀਤਾ ਕਰਾਇਆ ਚੰਦੂ ਪਾਪੀ ਦੋਖੀ ਦਾ ਹੈ। ਦਰਬ ਗੁਰੂ ਪਗ ਅਗਰ ਬਗਾਵੈ। ਤੋ ਸੰਗਤਾਂ ਇਸ ਤਰ੍ਹਾਂ ਕਹਿੰਦੀਆਂ, ਸਤਿਗੁਰਾਂ ਦੇ ਉੱਪਰੋਂ ਦੀ ਜਿਹੜਾ ਬੇਅੰਤ ਧਨ ਜਿਹੜਾ ਸੁੱਟਿਆ ਜਾ ਰਿਹਾ ਹੈ। ਲੋਕ ਹਜ਼ਾਰਾਂ ਬੀਨਤ ਜਾਵੈ। ਕੋਈ ਜਿਹੜੇ ਗਰੀਬ ਲੋਕ ਹੈ ਉਹ ਇਕੱਠਾ ਕਰੀ ਜਾਂਦੇ ਹੈ, ਬੇਅੰਤ ਧਨ ਮਹਾਰਾਜ ਉੱਪਰੋਂ ਵਾਰਿਆ ਜਾ ਰਿਹਾ ਹੈ। ਕੇਤਕ ਜਪ ਜੀ ਪਾਠਕ ਪਠੰਤੇ। ਕਈ ਸੰਗਤਾਂ ਮਹਾਰਾਜ ਦੇ ਨਾਲ ਤੁਰੇ ਜਾ ਰਹੇ ਆ, ਚੌਰ ਸਾਹਿਬ ਹੁੰਦੇ, ਸ਼ੰਖ ਵੱਜਦੇ, ਫੁੱਲਾਂ ਦੀ ਵਰਖਾ ਹੁੰਦੀ, ਧੂਖਾਂ ਧੁਖਾਈਆਂ ਜਾ ਰਹੀਆਂ, ਵਾਹਿਗੁਰੂ ਵਾਹਿਗੁਰੂ ਮੰਤਰ ਅੱਗੇ ਕੀਰਤਨ ਹੋ ਰਹੇ ਆ। ਸੰਗਤਾਂ ਜਪਜੀ ਸਾਹਿਬ ਦਾ ਪਾਠ ਜਿਨ੍ਹਾਂ ਨੂੰ ਕੰਠ ਹੈ ਉਹ ਬਾਣੀ ਪੜ੍ਹ ਰਹੀਆਂ ਹਨ। ਕੇਤਕ ਗੁਰੂ ਗੁਰੂ ਸਿਮਰੰਤੇ। ਜਿਹੜੇ ਕੋਈ ਵਿਚਾਰੇ ਨਹੀਂ ਪੜ੍ਹੇ, ਬਾਣੀ ਪੜ੍ਹਨੀ ਨਹੀਂ ਜਾਣਦੇ, ਉਹ ਗੁਰੂ 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 ਵਾਹਿਗੁਰੂ ਵਾਹਿਗੁਰੂ ਧੰਨ ਗੁਰੂ ਅਰਜਨ ਦੇਵ ਸਾਹਿਬ ਇਸ ਤਰ੍ਹਾਂ ਬੋਲਦੇ ਗਾਉਂਦੇ ਜਾਂਦੇ ਆ। ਕਿਤਕ ਸਵਾਸ ਲੈ ਸ਼ੋਕ ਵਧਾਵੈ। ਕਈ ਵਿਚਾਰੇ ਉੱਚੀ ਉੱਚੀ ਹਉਕੇ ਲੈਂਦੇ ਆ, ਬੜਾ ਦੁੱਖ ਮਨ ਵਿੱਚ ਵੱਧ ਰਿਹਾ ਹੈ। ਕਿਤਕ ਸਰਾਹੈ ਸੀਰ ਸੁਹਾਵੈ। ਕਈ ਬੜੀ ਸ਼ੋਭਾ ਕਰਦੇ ਜਾਂਦੇ ਮਹਾਰਾਜ ਦੀ ਅਖੇ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਿੰਨੇ ਸ਼ਾਂਤ ਠੰਡੇ ਮਿੱਠੇ ਸ਼ੀਲ ਸੁਭਾਅ ਦੇ ਮਾਲਕ ਸਨ। ਕੇਤਕ ਨਿਕਾਰਤ ਖਲ ਕੋ ਗਾਰੀ। ਗੁਰੂ ਅਰਜਨ ਦੇਵ ਮਹਾਰਾਜ ਨੇ ਸਾਰੀ ਉਮਰ ਕਿਸੇ ਨੂੰ ਕੌੜਾ ਬਚਨ ਨਹੀਂ ਕੀਤਾ। ਐ ਸੰਗਤਾਂ ਸਲਾਹੁੰਦੀਆਂ ਵੀ ਅੱਜ ਤੀਕਰ ਗੁਰੂ ਅਰਜਨ ਦੇਵ ਮਹਾਰਾਜ ਨੂੰ ਕਿਸੇ ਨਾਲ ਉੱਚੀ ਬੋਲਦੇ ਨਹੀਂ ਸੁਣਿਆ, ਝਗੜਾ ਕਰਦੇ ਨਹੀਂ ਸੁਣਿਆ। ਪਰ ਚੰਦੂ ਕਿੱਡਾ ਮੂਰਖ ਹੈ। ਇਹੋ ਜਿਹੇ ਦੀਨ ਦਿਆਲ ਨਿਮਰਤਾ ਦੇ ਪੁੰਜ ਸੱਚੇ ਪਾਤਸ਼ਾਹ ਮਹਾਰਾਜ ਦੇ ਕਿੰਨਾ ਕਹਿਰ ਕਮਾਇਆ। ਗਾਲਾਂ ਕੱਢਦੇ ਆ ਸਿੱਖ ਮੂਰਖ ਚੰਦੂ ਨੂੰ, ਜਿਹੜੀਆਂ ਵੈ ਤ੍ਰਿਗਾਕਾਰ ਲਾਣਤਾਂ ਪਾਉਂਦੇ ਹਨ। ਤੁਰਕ ਰਾਜ ਕੀ ਜਰਾਂ ਉਖਾਰੀ। ਨਾਲੇ ਸਿੱਖ ਕਹਿੰਦੇ ਆ ਵੀ ਇਹ ਤਾਂ ਤੁਰਕਾਂ ਨੇ ਆਪਦੀਆਂ ਜੜ੍ਹਾਂ ਪੁੱਟ ਲਈਆਂ। ਗੁਰੂ ਨਾਨਕ ਪਾਤਸ਼ਾਹ ਦੇ ਘਰ ਨਾਲ ਮੱਥਾ ਲਾ ਕੇ ਤੁਰਕਾਂ ਨੇ ਆਪਦੇ ਘਰ ਦੀ ਜੜ ਜਿਹੜੀ ਆਪ ਪੁੱਟ ਲਈ ਹੈ। ਹੁਣ ਇਹਨਾਂ ਦਾ ਰਾਜ ਬਹੁਤਾ ਸਮਾਂ ਰਹੇਗਾ ਨਹੀਂ। ਲੈ ਰਾਵੀ ਕੇ ਗਏ ਪ੍ਰਵਾਹੂ। ਇਸ ਤਰ੍ਹਾਂ ਮਹਾਰਾਜ ਦਾ ਪਾਵਨ ਜਿਹੜਾ ਵਾ ਅੰਤਮ ਇਹ ਸਰੀਰ ਸਰੂਪ ਲੈ ਕਰਕੇ ਸੰਗਤਾਂ ਰਾਵੀ ਦੇ ਤਿੱਖੇ ਤੇਜ ਪ੍ਰਵਾਹ ਵਿੱਚ ਚਲੇ ਗਈਆਂ ਹਨ। ਜਹ ਜਲ ਚਲਤ ਕਲਤ ਬਲ ਮਾਹੂ। ਜਿੱਥੇ ਸੁੰਦਰ ਜਲ ਬਹੁਤ ਤੇਜ਼ੀ ਤੇਜ ਪ੍ਰਵਾਹ ਦੇ ਨਾਲ ਚੱਲ ਰਿਹਾ ਹੈ। ਵਿਧਿਆ ਜੇਠਾ ਲੰਗ ਪਿਰਾਣਾ। ਬਾਬਾ ਵਿਧੀ ਚੰਦ ਜੀ, ਭਾਈ ਜੇਠਾ ਜੀ, ਭਾਈ ਲੰਗਾ ਜੀ, ਭਾਈ ਪੁਰਾਣਾ ਜੀ, ਇਹ ਚਾਰੇ ਸਿੱਖਾਂ ਨੇ ਮਹਾਰਾਜ ਦੀ ਅਰਥੀ ਚੁੱਕੀ ਹੋਈ ਹੈ। ਇਹਨਾਂ ਸਨ ਜਿਸ ਵਿਦ ਅੰਤ ਵਖਾਣਾ। ਤੋ ਇਹਨਾਂ ਦੇ ਸਮੇਤ ਜਿਨ੍ਹਾਂ ਜਿਨ੍ਹਾਂ ਨੇ ਵੀ ਸਤਿਗੁਰੂ ਮਹਾਰਾਜ ਦੇ ਅੰਤਮ ਦਰਸ਼ਨ ਕੀਤੇ ਹੈ,
ਤੋ ਇਸ ਤਰ੍ਹਾਂ ਬਚਨ ਕੀਤੇ ਹਨ। ਤਿਸ ਬਿਦ ਕਰਤ ਵੇਗ ਮਹਿ ਗਏ। ਜਾਂ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਜਿਨ੍ਹਾਂ ਸਿੱਖਾਂ ਨੂੰ, ਇਹਨਾਂ 5 ਸਿੱਖਾਂ ਨੂੰ ਅੰਤਮ ਕਿਰਿਆ ਆਪ ਦੱਸੀ ਸੀ ਨਾ ਸਾਰੀ ਵੀ ਇਸ ਤਰ੍ਹਾਂ ਕਰਨਾ ਹੈ, ਉਹ ਸਾਰੇ 5 ਸਿੱਖ ਤੇ ਕੋਈ ਹੋਰ ਸਿੱਖ ਜਿਹੜੇ ਉਸ ਸਮੇਂ ਕੋਲ ਸੀ, ਜਿਵੇਂ ਇੱਕ ਕੀਰਤਨ ਕਰਨ ਵਾਲਾ ਸਿੱਖ ਵੀ ਕੋਲ ਸੀ, ਮਹਾਰਾਜ ਦੇ ਅੰਤਮੇ ਬਚਨ ਸੁਣਦਾ ਸੀ। ਇਹ ਸਾਰੇ ਤੇਜ਼ ਪ੍ਰਵਾਹ ਵਿੱਚ, ਜਿੱਥੇ ਰਾਵੀ ਦਾ ਤੇਜ਼ ਵਹਿਣ ਵਗਦਾ ਹੈ, ਉੱਥੇ ਜਾ ਪਹੁੰਚੇ ਹੈ। ਤੋ ਇਸ ਤਰ੍ਹਾਂ ਜੋ ਵੀ ਮਹਾਰਾਜ ਨੇ ਆਖਿਆ ਸੀ, ਜਿਨ੍ਹਾਂ ਸਿੱਖਾਂ ਨੇ ਸੁਣਿਆ ਉਸੇ ਤਰ੍ਹਾਂ ਕਰ ਰਹੇ ਹਨ। ਤਿਸ ਬਿਦ ਕਰਤ ਵੇਗ ਮਹਿ ਗਏ। ਇਸ ਤਰ੍ਹਾਂ ਕਰਨ ਵਾਸਤੇ ਵੀ ਮਹਾਰਾਜ ਨੇ ਇਸ ਤਰ੍ਹਾਂ ਆਖਿਆ ਵੀ ਜਲ ਪ੍ਰਵਾਹ ਕਰਨਾ ਸਾਡੀ ਦੇਹੀ ਨੂੰ, ਸਰੀਰ ਨੂੰ, ਤੇ ਡੂੰਘੇ ਤੇਜ਼ ਜਲ ਪ੍ਰਵਾਹ ਵਿੱਚ ਵੜ ਗਏ ਹਨ। ਬਾਬਾ ਬਿਧੀ ਚੰਦ ਜੀ, ਭਾਈ ਜੇਠਾ ਲੰਘਾ ਪ੍ਰਾਣਾ ਤੇ ਭਾਈ ਪੈੜਾ ਜੀ, ਹੋਰ ਕੋਈ 2-4 10 ਸਿੱਖ ਨਾਲ ਸਨ। ਕੰਧ ਵਿਮਾਨ ਉਤਾਰਤ ਪਏ। ਆਪਣੇ ਮੋਢਿਆਂ ਤੋਂ ਵਿਮਾਨ ਅਰਥੀ ਨੂੰ ਹੇਠਾਂ ਉਤਾਰਨਾ ਕੀਤਾ ਹੈ। ਜਲ ਮੈਂ ਸਥਿਤ ਜਬ ਕਰ ਦੀਨ। ਜਦੋਂ ਵਿਮਾਨ ਨੂੰ ਤੇਜ਼ ਪ੍ਰਵਾਹ ਵਹਿੰਦੇ ਦੇ ਵਿੱਚ ਸਥਿਤ ਕਰ ਦਿੱਤਾ, ਰਾਵੀ ਦਰਿਆ ਵਿੱਚ ਟਿਕਾ ਦਿੱਤਾ ਹੈ। ਜਲਪਤ ਬਰਨ ਆਏ ਤਬ ਲੀਨ। ਕਵੀ ਜੀ ਕਹਿੰਦੇ ਜਿਹੜਾ 999 ਨਦੀਆਂ ਸਭ ਸਮੁੰਦਰਾਂ ਦਾ ਦੇਵਤਾ, ਵਰਣ ਦੇਵਤਾ ਹੈ, ਸੱਚੇ ਪਾਤਸ਼ਾਹ ਮਹਾਰਾਜ ਨੂੰ ਬੜੇ ਪ੍ਰੇਮ ਸਤਿਕਾਰ ਨਾਲ ਅੱਗੋਂ ਲੈਣ ਆਇਆ ਹੈ। ਸਭ ਬਿਦ ਸੋ ਪੂਜਨ ਕਰ ਆਛੇ। ਪਹਿਲਾਂ ਸਤਿਗੁਰਾਂ ਨੂੰ ਸਾਰੀ ਵਿਧੀ ਨਾਲ ਚੰਗੀ ਤਰ੍ਹਾਂ ਪੂਜਣਾ ਕੀਤਾ ਹੈ, ਪੂਜਾ ਪ੍ਰਤਿਸ਼ਠਾ ਆਰਾਧਨਾ ਕੀਤੀ ਹੈ। ਜਲ ਸਰੂਪ ਕਰ ਦੀਨ ਸਪਾਛੇ। ਫਿਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਆਪਣਾ ਸਰੀਰ ਨੂੰ ਜਲ ਸਰੂਪ ਹੀ ਬਣਾ ਲਿਆ। ਜਲ ਕਾ ਜਲ ਹੁਆ ਰਾਮ। ਸਤਿਗੁਰਾਂ ਨੇ ਸਰੀਰ ਨੂੰ ਜਲ ਰੂਪ ਹੀ ਬਣਾ ਦਿੱਤਾ। ਸਰੀਰ ਨਾ ਰਹਿ ਗਿਆ, 5 ਤੱਤਾਂ ਵਿੱਚ ਵਿਲੀਨ ਹੋ ਕਰਕੇ ਤੇ ਜਲ ਦਾ ਸਰੂਪ ਮਹਾਰਾਜ ਨੇ ਬਣਾ ਲੈਣਾ ਕੀਤਾ ਹੈ। ਨਿਕਸੇ ਸਿੱਖ ਸਲਿਤਾ ਤੇ ਬਾਹਰ। ਇਹ ਸਾਰੇ ਸਿੱਖ ਨਦੀ ਦੇ ਵਿੱਚੋਂ ਬਾਹਰ ਨਿਕਲ ਆਏ ਹਨ। ਸਿੱਖ ਸੈਂਕੜੇ ਰਹਿ ਜਾਹਰ। ਸਭ ਸਿੱਖ ਸੰਗਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਪਾਤਸ਼ਾਹ ਦੇ ਇਸ ਤਰ੍ਹਾਂ ਅੰਤਮ ਦਰਸ਼ਨ ਕਰਦੇ ਤੋ ਅੰਤਮ ਕਿਰਿਆ ਹੁੰਦੀ ਸੰਗਤਾਂ ਨੇ ਡਿੱਠੀ ਹੈ। ਨਹੀਂ ਬਾਹਰ ਕੁਛ ਦਈ ਦਿਖਾਈ। ਇਸ ਤੋਂ ਬਾਅਦ ਕਿਸੇ ਸਿੱਖ ਨੂੰ ਕੁਝ ਵੀ ਦਿਖਾਈ ਨਹੀਂ ਦਿੱਤਾ, ਨਾ ਵਿਮਾਨ ਦਿਖਿਆ ਤੇ ਨਾ ਸਤਿਗੁਰਾਂ ਦਾ ਪਾਵਨ ਸਰੂਪ ਦਿਸਿਆ ਹੈ। ਜਲ ਸਰੂਪ ਤਨ ਹੋਵੈ ਸੁਖਦਾਈ। ਸੁਖਾਂ ਦੇ ਦਾਤੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦਾ ਸਰੂਪ ਜਲ ਸਰੂਪ ਹੀ ਹੋ ਗਿਆ ਹੈ। ਤੋ ਇਹ ਕਵੀ ਸੰਤੋਖ ਸਿੰਘ ਸਾਹਿਬ ਨੇ ਇੱਥੇ ਇਸ ਤਰ੍ਹਾਂ ਲਿਖਿਆ ਹੈ। ਉਸ ਤਰ੍ਹਾਂ ਅੰਸੂ ਦਾਸ ਤੇ ਰਾਸ 5 ਵਿੱਚ ਅੱਗੇ ਇਹੀ ਕਵੀ ਸੰਤੋਖ ਸਿੰਘ ਜੀ ਗੁਰੂ ਅਰਜਨ ਦੇਵ ਮਹਾਰਾਜ ਦਾ ਅੰਤਮ ਸੰਸਕਾਰ ਲਿਖਦੇ ਚੰਦਨ ਦੀ ਚਿਖਾ ਵਿੱਚ। ਤੇ ਸਾਧ ਸੰਗਤ ਜੀ, ਗੁਰਪ੍ਰਤਾਪ ਸੂਰਜ ਗ੍ਰੰਥ ਤੋਂ ਇੱਕ ਪੁਰਾਣਾ ਗ੍ਰੰਥ ਹੈ ਮਹਿਮਾ ਪ੍ਰਕਾਸ਼। ਉਹ 2 ਗ੍ਰੰਥ ਹੈ ਮਹਿਮਾ ਪ੍ਰਕਾਸ਼। ਇੱਕ ਤਾਂ ਕਾਵ ਰਚਨਾ ਹੈ ਤੇ ਇੱਕ ਮਹਿਮਾ ਪ੍ਰਕਾਸ਼ ਵਾਰਤਕ ਹੈ। ਤੇ ਉਹ ਜਿਹੜੇ ਦੋਵੇਂ ਗ੍ਰੰਥ ਹੈ ਉਹਨਾਂ ਵਿੱਚ ਵੀ ਇਸ ਤਰ੍ਹਾਂ ਲਿਖਿਆ, ਜਿਹੜਾ ਕੋਈ ਕਾਵ ਰਚਨਾ ਵਾਲਾ ਮਿਲ ਸੰਗਤ ਬੇਬਾਨ ਬਣਾਇਆ ਤੋ ਅਖੰਡ ਭਜਨ ਸਤਿਗੁਰੂ ਗੁਣ ਗਾਇਆ। ਇਸ਼ਨਾਨ ਕਰਾਏ ਨਿਰਮਲ ਤਨ ਦਿਆਲ। ਪਹਿਰਾਏ ਬਸਤਰ ਪਾਵਨ ਤਿਹ ਕਾਲ। ਐਰਾਵਤੀ ਨਦੀ ਪਰ ਲਿਆਏ। ਚੰਦਨ ਚਿਖਾ ਪਰ ਆਨ ਰਖਾਏ। ਪਾਵਨ ਦੇਹ ਕਰ ਸਿਸਕਾਰਾ। 3 ਲੋਕ ਭਇਆ ਜੈ ਜੈਕਾਰਾ। ਇਹ ਮਹਿਮਾ ਪ੍ਰਕਾਸ਼ ਜਿਹੜਾ ਹੈ ਕਾਵ ਰਚਨਾ ਵਿੱਚ, ਉਹਦੇ ਵਿੱਚ ਸੰਸਕਾਰ ਕਰਨਾ ਮਹਾਰਾਜ ਦਾ ਅੰਤਮ ਸੰਸਕਾਰ ਲਿਖਿਆ ਚੰਦਨ ਦੀ ਚਿਖਾ ਵਿੱਚ ਰਾਵੀ ਦੇ ਕੰਢੇ ਤੇ ਇਸੇ ਤਰ੍ਹਾਂ ਇੱਕ ਮਹਿਮਾ ਪ੍ਰਕਾਸ਼ ਜਿਹੜਾ ਸਾਧ ਸੰਗ ਦੀ ਵਾਰਤਕ ਰੂਪ ਆ, ਉਹਦੇ ਵਿੱਚ ਵੀ ਇਹੀ ਪ੍ਰਸੰਗ ਆਉਂਦਾ ਹੈ ਕਿ ਕਰ ਸੰਸਕਾਰ ਭਲੀ ਬਿਦ ਨਾਲੇ। ਇਹ ਲਿਖਣਾ ਕੀਤਾ ਹੈ ਉਸ ਦੇ ਵਿੱਚ ਮਹਿਮਾ ਪ੍ਰਕਾਸ਼ ਜਿਹੜਾ ਵਾਰਤਕ ਹੈ ਵੀ ਇਸ ਤਰ੍ਹਾਂ ਲਿਖਿਆ। ਉਹਦੇ ਵਿੱਚ ਵੀ ਸੱਚੇ ਪਾਤਸ਼ਾਹ ਮਹਾਰਾਜ ਦਾ ਪਰਮ ਪਵਿੱਤਰ ਸਰੀਰ ਕੋ ਲੇਕਰ ਸੰਸਕਾਰ ਕੀਆ। ਇਹ ਮਹਿਮਾ ਪ੍ਰਕਾਸ਼ ਵਾਰਤਕ ਦਾ ਜ਼ਿਕਰ ਹੈ। ਉਹ ਭਾਈ ਵੀਰ ਸਿੰਘ ਸਾਹਿਬ ਨੇ ਇੱਥੇ ਟੂਕ ਮਾਤਰ ਥੱਲੇ ਦਿੱਤਾ ਹੈ। ਇਸ ਕਰਕੇ ਤਕਰੀਬਨ ਸਾਰੇ ਇਹ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਅੰਤਮ ਸੰਸਕਾਰ ਹੀ ਲਿਖਿਆ ਸਭ ਪਾਸੇ ਜਾਂ ਕਹੋ ਹੋਇਆ ਜਾਣਦੇ ਹੈ। ਸੰਸਕਾਰ ਹੋਇਆ ਸਮਝਣਾ। ਤੋ ਉੱਥੇ ਸਾਧ ਸੰਗਤ ਜੀ ਲਾਹੌਰ ਦੇ ਕਿਲ੍ਹੇ ਦੇ ਨਾਲ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਸੁੰਦਰ ਦਿਉਰਾ ਵੀ ਬਣਿਆ, ਜਿੱਥੇ ਮਹਾਰਾਜ ਦਾ ਸੰਸਕਾਰ ਹੋਇਆ। ਉਹ ਸੱਚਖੰਡ ਸਥਾਨ ਹੁਣ ਵੀ ਸੁਭਾਏਮਾਨ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗਰੀਬ ਨਵਾਜ, ਮਿਹਰਾਮਤਾਂ ਦੇ ਸਾਗਰ,
ਸਾਰਿਆਂ ਨੂੰ ਸੁਖ ਦੇਣ ਵਾਲੇ ਸੁਖਾਂ ਦੇ ਦਾਤੇ ਹਨਗੇ। ਰਘੁਬਰ ਰਾਮਚੰਦ ਮਾਨਿੰਦੇ। ਕਵੀ ਜੀ ਉਪਮਾ ਦਿੰਦੇ ਮਹਾਰਾਜ ਨੂੰ ਵੀ ਜਿਵੇਂ ਰਾਘਵ ਕੁਲ ਦੇ ਰਾਮਚੰਦਰ ਜਿਹੜੇ ਸਨ, ਪਰ ਵਿਸ਼ੇਸ਼ ਸਰਜੂ ਨੀਰ ਬਿਲੰਦੇ। ਜਿਵੇਂ ਉਹ ਸੀਤਾ ਦੇ ਵਿਜੋਗ ਤੋਂ ਬਾਅਦ ਉਹ ਸਰਜੂ ਨਦੀ ਦੇ ਵਿੱਚ ਪ੍ਰਵੇਸ਼ ਕਰ ਗਏ ਸਨ। ਬਾਹਰ ਨਹੀਂ ਨਿਜ ਦੇਹ ਦਿਖਾਈ। ਫਿਰ ਰਾਮਚੰਦਰ ਨੇ ਆਪਦੀ ਦੇਹ ਨਹੀਂ ਸੀ ਕਦੇ ਵਿਖਾਈ, ਉਹ ਉਹਦੇ ਸਿਰਜੂ ਨਦੀ ਵਿੱਚ ਹੀ ਲੀਨ ਹੋ ਗਏ ਸਨ। ਜਲ ਸਰੂਪ ਹਵੈਗੇ ਤਿਸ ਥਾਈ। ਸਰਜੂ ਨਦੀ ਵਿੱਚ ਹੀ ਰਾਮਚੰਦਰ ਜਲ ਸਰੂਪ ਹੋ ਗਏ ਸਨ। ਬਿਸਮਤ ਭਏ ਬਿਲੋਕ ਨਿਹਾਰੇ। ਤੇ ਇਸ ਤਰ੍ਹਾਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਵੀ ਜੀ ਕਹਿੰਦੇ ਜਲ ਸਰੂਪ ਹੋ ਗਏ ਆ ਇਸ ਰਾਵੀ ਨਦੀ ਦੇ ਅੰਦਰ। ਸਭ ਸੋ ਜੇਠ ਬਾਕ ਉਚਾਰੇ। ਇਧਰ ਸਾਧ ਸੰਗਤ ਜੀ ਭਾਈ ਜੇਠਾ ਜੀ ਆ ਨਾ ਜਿਹੜੇ, ਇਹਨਾਂ ਨੇ ਸਾਰੀ ਸੰਗਤ ਨੂੰ ਫਿਰ ਜਦੋਂ ਮਹਾਰਾਜ ਦਾ ਅੰਤਮ ਕਿਰਿਆ ਕਰ ਦਿੱਤੀ ਹੈ ਤੇ ਸਾਰੀ ਸੰਗਤ ਨੂੰ ਇਹ ਬਚਨ ਕੀਤਾ ਹੈ, ਅੰਤ ਸਮੇਂ ਗੁਰ ਗਏ ਬਿਤਾਏ। ਵੀ ਸਾਨੂੰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਅੰਤਲੇ ਸਮੇਂ ਇਹ ਬਚਨ ਕਹਿ ਕੇ ਗਏ ਸਨ, ਜਲ ਪ੍ਰਵਾਹ ਮੋਹ ਦੇਹੋ ਟਿਕਾਏ। ਵੀ ਸਾਡੇ ਸਰੀਰ ਨੂੰ ਜਲ ਦੇ ਤੇਜ ਪ੍ਰਵਾਹ ਵਿੱਚ ਤੁਸਾਂ ਨੇ ਟਿਕਾ ਦੇਣਾ ਹੈ। ਨਰ ਨਾਰਨ ਕੀ ਪੀਰ ਉਦਾਰ। ਇਸ ਤਰ੍ਹਾਂ ਮਹਾਰਾਜ ਦੀ ਅੰਤਮ ਕਿਰਿਆ ਕੀਤੀ। ਸਿੱਖਾਂ ਸਿੱਖਣੀਆਂ ਦੀ, ਬੱਚੇ ਬੁੱਢਿਆਂ ਦੀ ਬੇਅੰਤ ਭੀੜ ਨਦੀ ਦੇ ਕਿਨਾਰੇ ਲੱਗੀ ਹੋਈ ਹੈ। ਹਟ ਆਏ ਪੁਣ ਨਗਰ ਮਝਾਰ। ਸਾਰੀਆਂ ਸੰਗਤਾਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਗੁਣ ਗਾਉਂਦੀਆਂ ਹੋਈਆਂ ਲਾਹੌਰ ਨਗਰ ਨੂੰ ਵਾਪਸ ਮੁੜ ਆਈਆਂ ਨੇ। ਧਰਮਸ਼ਾਲਾ ਥਿਤ ਭੇਵ ਸਮੁਦਾਈ। ਜਿੱਥੇ ਧਰਮਸ਼ਾਲਾ ਹੈ ਨਾ ਗੁਰੂ ਰਾਮਦਾਸ ਮਹਾਰਾਜ ਦਾ ਘਰ ਸੀ, ਚੂਨਾ ਮੰਡੀ ਲਾਹੌਰ, ਇੱਥੇ ਸਾਰੀ ਸੰਗਤ ਆਣ ਜੁੜ ਬੈਠੀ ਹੈ। ਰੁਦਤ ਬਿਲੋਚਣ ਅਸਰ ਬਹਾਈ। ਨੇਤਰਾਂ ਚੋਂ ਅਛਰੂ ਬਹਾਉਂਦੀ ਸੰਗਤ ਰੋਂਦੀ ਹੈ, ਬੜਾ ਮਹਾਰਾਜ ਦਾ ਪ੍ਰੇਮ ਆ ਰਿਹਾ ਹੈ। ਸਾਥ ਰਬਾਬੀ ਲਿਏ ਦੁਤਾਰਾ। ਇਧਰ ਰਬਾਬੀ ਸਿੱਖ ਜਿਹੜਾ ਨਾਲ ਕੀਰਤਨ ਕਰਨ ਵਾਲਾ, ਜਿਹਨੇ ਹੱਥ ਵਿੱਚ ਦੁਤਾਰਾ ਸਾਜ ਪਕੜਿਆ ਹੈ। ਕੀਰਤਨ ਸਭ ਕੇ ਅਗਰ ਉਚਾਰਾ। ਸਾਰਿਆਂ ਦੇ ਸਾਹਮਣੇ ਅਲਾਣੀਆਂ ਦਾ ਤੇ ਹੋਰ ਗੁਰਬਾਣੀ ਦਾ ਕੀਰਤਨ ਕੀਤਾ ਹੈ। ਦਰਬਾਦਿਕ ਵਸਤੂ ਗਣ ਸੰਗਤ। ਜਿਹੜੀ ਸਾਰੀ ਸੰਗਤ ਆਈ ਉਹਨੇ ਬੜੀ ਮਾਇਆ ਸੰਗਤਾਂ ਨੇ, ਜਿੰਨੀਆਂ ਕੋ ਵਸਤੂਆਂ ਲੀੜਾ ਕੱਪੜਾ ਵਸਤਰ ਹੈ। ਦਿਓ ਬਹੁਤ ਪੁਨ ਰਹਿਓ ਨ ਮੰਗਤ। ਵੀ ਕੋਈ ਮੰਗਣ ਵਾਲੇ ਜਿਹੜੇ ਕੋਈ ਆਏ ਪੁੰਨ ਦਾਨ ਵਜੋਂ ਬੇਅੰਤ ਤਰ੍ਹਾਂ ਦੀਆਂ ਵਸਤੂਆਂ ਮਾਇਆ ਧਾਇਆ ਦਿੱਤੀ। ਇੰਨਾ ਸੰਗਤ ਨੇ ਦਾਨ ਪੁੰਨ ਕੀਤਾ ਹੈ ਵੀ ਕੋਈ ਮੰਗਣ ਵਾਲੇ ਨੂੰ ਦੁਬਾਰਾ ਇੱਛਾ ਹੀ ਨਾ ਰਹਿ ਜਾਵੇ। ਲਾਹੌਰ ਦੀ ਗਰੀਬੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਲਾਹੌਰ ਵਿੱਚ ਜੋਤੀ ਜੋਤ ਸਮਾਏ ਤੇ ਮਹਾਰਾਜ ਸੱਚੇ ਪਾਤਸ਼ਾਹ ਦੀਆਂ ਲਾਹੌਰ ਦੀ ਵੀ ਗਰੀਬੀ ਕੱਢ ਦਿੱਤੀ ਹੈ। ਤਿਸ ਦਿਨ ਰਹਿਤ ਪਏ ਧਰਮਸ਼ਾਲਾ। ਇਹ ਸਾਰੀ ਸੰਗਤ ਇਸ ਦਿਨ ਬੜਾ ਇਕੱਠ ਹੈ ਤੇ ਧਰਮਸ਼ਾਲਾ ਦੇ ਵਿੱਚ ਹੀ ਰੁਕੇ ਹੋਏ ਹਨ। ਪੰਚਹ ਸਿੱਖਣ ਸੋਕ ਵਿਸਾਲਾ। ਇਧਰ ਜਿਹੜੇ ਸਿੱਖ ਪੰਜ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਨਾਲ ਆਏ ਸਨ ਨਾ, ਬਾਬਾ ਬਿਧੀ ਚੰਦ ਵਰਗੇ ਸਿੱਖ, ਇਹਨਾਂ ਦੇ ਮਨ ਵਿੱਚ ਸਾਰਿਆਂ ਤੋਂ ਵੱਧ ਦੁੱਖ ਹੋ ਰਿਹਾ ਹੈ। ਇਸ ਦਿਨ ਕਿਨਹ ਨ ਭੋਜਨ ਕੀਨਾ। ਤੇ ਕਿਸੇ ਸਿੱਖ ਨੇ ਵੀ ਸਾਧ ਸੰਗਤ ਜੀ ਪਿਆਰ ਸੀ ਮਹਾਰਾਜ ਨਾਲ, ਜਿੰਨੀ ਸੰਗਤ ਆਈ ਕਿਸੇ ਨੂੰ ਖਾਣਾ ਨਹੀਂ ਪਾਇਆ। ਕਿਸੇ ਨੇ ਵੀ ਸਿੱਖ ਨੇ ਪ੍ਰਸ਼ਾਦਾ ਨਹੀਂ ਮੰਗਿਆ, ਮਨ ਹੀ ਨਹੀਂ ਕੀਤਾ। ਕਿਸੇ ਨੇ ਕੋਈ ਫੁਲਕਾ ਕੋਈ ਜਲ ਪਾਣੀ ਨਹੀਂ ਛਕਿਆ ਹੈ। ਮੁਰਝਾਵਤ ਬੈਠੇ ਮਨ ਦੀਨ। ਮਨ ਜਿਹਾ ਢਾਹ ਕੇ ਸਾਰੀ ਸੰਗਤ ਦੁਖੀ ਹੋਈ ਬੈਠੀ ਹੋਈ, ਮੁਖ ਮੁਰਝਾਏ ਹੋਏ ਹਨ। ਬਿਨ ਮਹਿਪਾਲ ਚਮੂਜ ਮਦੀਨਾ। ਕਵੀ ਜੀ ਕਹਿੰਦੇ ਸੰਗਤ ਦੀ ਹਾਲਤ ਇਹੋ ਜਿਹੀ ਆ ਜਿਵੇਂ ਰਾਜੇ ਤੋਂ ਬਿਨਾਂ ਫੌਜ ਹੁੰਦੀ ਆ। ਵੀ ਫੌਜ, ਰਾਜੇ ਤੋਂ ਬਿਨਾਂ ਕਾਹਦੀ ਫੌਜ ਹੈ? ਗੁਰੂ ਅਰਜਨ ਦੇਵ ਮਹਾਰਾਜ ਤੋਂ ਬਿਨਾਂ ਸਿੱਖਾਂ ਦੀ ਐਸੀ ਹਾਲਤ ਹੈ। ਦੁੱਲਹ ਬਿਨ ਬਰਾਤ ਜੇ ਮਹੀਨਾ। ਸਿੱਖ ਮਨ ਢਾਹ ਕੇ ਬੈਠੇ ਆ ਜਿਵੇਂ ਦੂਲੇ ਤੋਂ ਬਿਨਾਂ ਬਰਾਤ ਨਹੀਂ ਸ਼ੋਭਾ ਪਾਉਂਦੀ, ਸਿੱਖ ਗੁਰੂ ਤੋਂ ਬਿਨਾਂ ਕਿੱਥੇ ਸ਼ੋਭਾ ਪਾਉਂਦੇ ਆ। ਜਥਾ ਜਾਮਨੀ ਚੰਦ ਬਿਹੀਨਾ। ਜਿਵੇਂ ਰਾਤ ਚੰਦ ਤੋਂ ਬਿਨਾਂ ਸ਼ੋਭਾ ਨਹੀਂ ਪਾਉਂਦੀ ਹੈ। ਗੁਰੂ ਬਿਨ ਸੰਗਤ ਤਥਾ ਮਲੀਨਾ। ਗੁਰੂ ਤੋਂ ਬਿਨਾਂ ਸਿੱਖ ਜਿਹੜਾ ਮਲੀਨ ਹੈ, ਨੀਵਾਂ, ਜਿਵੇਂ ਰਾਤ ਨਹੀਂ ਨਾ ਸਾਧ ਸਿੰਘ ਹਨੇਰੀ ਰਾਤ ਕਿੱਡੀ ਭੈੜੀ ਲੱਗਦੀ ਚੰਦਰਮਾ ਤੋਂ ਬਿਨਾਂ। ਜਿਵੇਂ ਚੰਦਰਮਾ ਤੋਂ ਬਿਨਾਂ ਰਾਤ ਦੀ ਕੋਈ ਉਕਤ ਨਹੀਂ, ਕੋਈ ਸ਼ੋਭਾ ਨਹੀਂ। ਜਿਵੇਂ ਸਾਧ ਸੰਗਤ ਜੀ ਲਾੜੇ ਤੋਂ ਬਿਨਾਂ ਬਰਾਤ ਦੀ ਕੋਈ ਸ਼ੋਭਾ ਨਹੀਂ, ਰਾਜੇ ਤੋਂ ਬਿਨਾਂ ਫੌਜ ਦੀ ਕੋਈ ਸ਼ੋਭਾ ਨਹੀਂ। ਇਸੇ ਤਰ੍ਹਾਂ ਸਾਧ ਸੰਗਤ ਜੀ ਗੁਰੂ ਤੋਂ ਬਿਨਾਂ ਸਿੱਖਾਂ ਦੀ ਕੋਈ ਸ਼ੋਭਾ ਨਹੀਂ ਹੈ।
ਗੁਰੂ ਦੇ ਨਾਲ ਹੀ ਸਿੱਖਾਂ ਦੀ ਕਲਿਆਣ, ਗੁਰੂ ਦੇ ਨਾਲ ਹੀ ਸਿੱਖਾਂ ਦੀ ਜੈ ਜੈਕਾਰ ਹੈ। ਬਿਨਾ ਨਰੇਸ਼ਵਰ ਪ੍ਰਜਾ ਦੁਖਾਰੀ। ਜਿਵੇਂ ਰਾਜੇ ਤੋਂ ਬਿਨਾਂ ਪ੍ਰਜਾ ਦੁਖੀ ਹੁੰਦੀ, ਜਿਹਦਾ ਕੋਈ ਸਾਈਂ ਖਸਮ ਰਾਜਾ ਨਾ ਜਿਹੜੇ ਦੇਸ਼ ਦਾ ਹੋਵੇ, ਉੱਥੇ ਜਿਵੇਂ ਪ੍ਰਜਾ ਜਿਹੜੀ ਆ ਜਨਤਾ ਖੱਜਲ ਖੁਆਰ ਹੁੰਦੀ ਹੈ। ਪਤ ਵਿਹੀਣ ਜਿਮ ਪਤ ਬ੍ਰਤ ਨਾਰੀ। ਜਿਵੇਂ ਪਤੀ ਬ੍ਰਤਾ ਨਾਰੀ ਦੀ ਪਤੀ ਤੋਂ ਬਿਨਾਂ ਕੋਈ ਸ਼ੋਭਾ ਨਹੀਂ, ਪਤੀ ਤੋਂ ਬਿਨਾਂ ਕੋਈ ਨਹੀਂ ਪੁੱਛਦਾ ਇਸਤਰੀ ਨੂੰ, ਵਿਆਹੁਤਾ ਨੂੰ। ਉਹਦਾ ਪਤੀ ਸਾਈਂ ਹੋਵੇ ਵੱਲ ਤਾਂ ਵਿਹੜਾ ਦੇਵਾਂ ਥਲ, ਤੋਂ ਪਤੀ ਤੋਂ ਬਿਨਾਂ ਜਿਵੇਂ ਨਾਰੀ ਨੂੰ ਕੋਈ ਨਹੀਂ ਪੁੱਛਦਾ, ਗੁਰੂ ਤੋਂ ਬਿਨਾਂ ਸਿੱਖਾਂ ਦੀ ਕੋਈ ਉਕਤ ਨਹੀਂ ਹੈ। ਜਿਮ ਜਨ ਗ੍ਰਾਮ ਪੈਂਚ ਬਿਨ ਦੀਨਾ। ਕਹਿੰਦੇ ਜਿਵੇਂ ਨਗਰ ਰੁਲ ਜਾਂਦੇ ਆ ਚੰਗੇ, ਜਾਂ ਪੰਚਾਇਤਾਂ ਰੁਲ ਜਾਂਦੀਆਂ ਪਿੰਡ ਦੇ ਚੌਧਰੀ ਜਾਂ ਮੋਹਤਬਰ ਸਰਪੰਚ ਪੰਚ ਤੋਂ ਬਿਨਾਂ। ਗੁਰ ਬਿਨ ਸੰਗਤ ਤਥਾ ਮਲੀਨਾ। ਗੁਰੂ ਤੋਂ ਬਿਨਾਂ ਸੰਗਤ ਇਸ ਤਰ੍ਹਾਂ ਮਲੀਨ ਹੁੰਦੀ ਹੈ। ਸਿੱਖਾਂ ਦੇ ਵਿੱਚ ਵਿਸ਼ੇ ਵਿਕਾਰ ਉੱਭਣ ਲੱਗ ਪੈਂਦੇ ਆ ਜਦੋਂ ਗੁਰੂ ਨਾ ਹੋਵੇ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੈ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੈ। ਜੇ 100 ਚੰਦਾ ਊਗਵੈ ਸੂਰਜ ਚੜ੍ਹੈ ਹਜ਼ਾਰ। ਮਹਾਰਾਜ ਕਹਿੰਦੇ ਜੇ ਭਾਈ ਜੇ 1000 ਸੂਰਜ ਚੜ੍ਹ ਆਉਣ, 100 ਚੰਦਰਮਾ ਚੜ੍ਹ ਜਾਵੇ, ਕਿੰਨਾ ਚਾਨਣ ਹੈ, ਪਰ ਬਾਹਰ ਜ਼ਰੂਰ ਚਾਨਣ ਹੈ। ਬਾਹਰ ਦੱਸਿਆ ਚਾਨਣਾ, ਦਿਲ ਅੰਧਿਆਰੀ ਰਾਤ, ਅੰਦਰ ਰਾਤ ਹੀ ਰਹੇਗੀ। ਤੋ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਆ ਜੇ 100 ਚੰਦਾ ਉਗਵਾ ਸੂਰਜ ਚੜ੍ਹੈ 1000, ਇਤੇ ਚਾਨਣ ਹੁੰਦਿਆਂ, ਇੰਨਾ ਚਾਨਣ ਹੁੰਦਿਆਂ ਹੋਇਆਂ ਵੀ ਗੁਰ ਬਿਨ ਘੋਰ ਅੰਧਾਰ। ਸਿੱਖਾਂ ਵਾਸਤੇ ਗੁਰੂ ਤੋਂ ਬਿਨਾਂ ਹਨੇਰਾ ਹੀ ਹਨੇਰਾ ਹੈ। ਤੋ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਬਿਨਾਂ ਸੰਗਤਾਂ ਦਾ ਹੁਣ ਵਾਲੀ ਕੌਣ ਹੈ। ਸਰਬ ਜਾਮਣੀ ਸੋਚਿਤ ਬੀਤੀ। ਇਹੋ ਜਿਹੀਆਂ ਗੱਲਾਂ ਸੋਚਦਿਆਂ ਚਿੰਤਾ ਕਰਦਿਆਂ ਸਾਰੀ ਰਾਤ ਸਿੱਖਾਂ ਦੀ ਲੰਘ ਗਈ, ਜਾਗਦਿਆਂ ਦੀ ਅੱਖ ਨਹੀਂ ਲੱਗੀ ਵੈ। ਚਿਤਵਤ ਸ਼੍ਰੀ ਅਰਜਨ ਪਦ ਪ੍ਰੀਤੀ। ਤੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਚਰਨਾਂ ਦੀ ਪ੍ਰੀਤੀ ਸੰਗਤਾਂ ਯਾਦ ਕਰਦੀਆਂ, ਮਹਾਰਾਜ ਦੇ ਪਰਉਪਕਾਰਾਂ ਨੂੰ, ਮਿਹਰਾਂ ਨੂੰ, ਰਹਿਮਤਾਂ ਨੂੰ, ਸਤਿਗੁਰਾਂ ਦੇ ਕੀਤੇ ਹੋਏ ਸੰਗਤ ਦੇ ਪਿਆਰ ਨੂੰ ਯਾਦ ਕਰਦੀਆਂ ਵੀ ਕਿੱਡੇ ਦਿਆਲੂ ਮਹਾਰਾਜ। ਮਹਾਰਾਜ ਨੇ ਜਰਵਾਣਿਆਂ ਦਾ ਰਿਸ਼ਤਾ ਠੁਕਰਾ ਦਿੱਤਾ ਕਿਉਂਕਿ ਉਹਨੇ ਸਿੱਖਾਂ ਨੂੰ ਕੰਗਾਲ ਆਖਿਆ। ਗੁਰੂ ਨਾਨਕ ਪਾਤਸ਼ਾਹ ਦੇ ਘਰ ਨੂੰ ਫਿਰ ਚੰਦੂ ਦੇ ਜ਼ੋਰ ਪਾਉਣ 'ਤੇ ਵੀ ਮੰਨ ਜਾਓ ਸ਼ਹੀਦ ਕਰ ਦਿਆਂਗਾ, ਨਹੀਂ ਤਾਂ ਤੋ ਸੱਚੇ ਪਾਤਸ਼ਾਹ ਜੀ ਆਖਿਆ ਜੇ ਸਿੱਖ ਸਾਡੇ ਨੇ ਕੁੱਤਾ ਕਿਹਾ ਤੇ ਸਿੱਖ ਸਾਥੋਂ ਬਾਹਰ ਆ ਕੇ ਤੇ ਅਸੀਂ ਸਿੱਖ ਹਾਂ ਤੇ ਅਸੀਂ ਗੁਰੂ ਹਾਂ, ਤੋ ਸਿੱਖਾਂ ਵਿੱਚ ਵੀ ਅਸੀਂ ਵਰਤਦੇ ਹਾਂ। ਮਹਾਰਾਜ ਨੇ ਜਰਵਾਣਿਆਂ ਦੀ ਹਕੂਮਤ ਦੀ ਹਾਮੀ 'ਚ ਹਾਮੀ ਨਹੀਂ ਭਰੀ, ਇੱਕ ਸਿੱਖ ਦੀ ਹਾਮੀ 'ਚ ਹਾਮੀ ਭਰੀ। ਇਹੋ ਜਿਹਾ ਗੁਰੂ ਕਿਤੇ ਮਿਲਣਾ। ਇਸ ਤਰ੍ਹਾਂ ਦੀ ਸ਼ੋਭਾ ਸਾਧ ਸੰਗਤ ਜੀ ਇੱਥੇ ਇਕੱਠੀ ਹੋਈ ਸੰਗਤ ਕਰਦੀ ਹੈ। ਨਾਲੇ ਬਹੁਤ ਰੋਦਨ ਜਿਹੜਾ ਸ਼ੋਕ ਵੈਰਾਗ ਕਰ ਰਹੀ ਹੈ। ਅਸ਼ਟ ਜਾਮ ਜੇ ਦਰਸਤ ਰਹਿ। ਜੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ 8 ਪਹਿਰ ਵੀ ਦਰਸ਼ਨ ਕਰਦੇ ਰਹੀਏ ਤਾਂ ਬਿਨਾ ਪਿਖੇ ਸ਼ਾਂਤੀ ਕਿਉ ਲਹੈ। ਜਾਂ ਕਵੀ ਜੀ ਕਹਿੰਦੇ ਜਿਨ੍ਹਾਂ ਸਿੱਖਾਂ ਨੇ 8 ਪਹਿਰ ਮਹਾਰਾਜ ਦੇ ਦਰਸ਼ਨ ਕੀਤੇ, ਹੁਣ ਬਾਬਾ ਵਿਧੀ ਚੰਦ ਜੀ ਵਰਗਿਆਂ, ਭਾਈ ਪੈੜਾ ਪੁਰਾਣਾ, ਜਿਹੜੇ ਮਹਾਰਾਜ ਦੇ ਸਦਾ ਹੀ ਨਾਲ ਰਹੇ ਹੈ, ਜਿਨ੍ਹਾਂ ਨੇ 8 ਪਹਿਰ ਗੁਰੂ ਅਰਜਨ ਦੇਵ ਮਹਾਰਾਜ ਦੇ ਦਰਸ਼ਨ ਕੀਤੇ, ਦੱਸੋ ਗੁਰੂ ਅਰਜਨ ਦੇਵ ਮਹਾਰਾਜ ਤੋਂ ਬਿਨਾਂ ਉਹਨਾਂ ਨੂੰ ਸ਼ਾਂਤੀ ਕਿਵੇਂ ਆਵੇ? ਸਤਿਗੁਰਾਂ ਦੇ ਦਰਸ਼ਨਾਂ ਤੋਂ ਬਿਨਾਂ ਕਿਵੇਂ ਜੀ ਲੱਗੇ ਉਹਨਾਂ ਦਾ? ਕਿਵੇਂ ਸੰਸਾਰ ਚੰਗਾ ਲੱਗੇ? ਕਿਵੇਂ ਖਾਣਾ ਭਾਵੇ? ਕਿਵੇਂ ਸੌਣਾ ਭਾ ਸਕਦਾ ਹੈ? ਨੀਠ ਨੀਠ ਅਵਲੋਕ ਪ੍ਰਭਾਤ। ਤੋ ਇਸ ਤਰ੍ਹਾਂ ਵੇਖਦਿਆਂ ਸਾਧ ਸੰਗਤ ਜੀ ਝੁਰਦਿਆਂ ਮਹਾਰਾਜ ਨੂੰ ਯਾਦ ਕਰਦਿਆਂ ਸਾਰੀ ਰਾਤ ਲੰਘ ਗਈ, ਦਿਨ ਚੜ੍ਹ ਆਇਆ ਹੈ। ਸ਼ੋਕ ਅਧਿਕ ਤੇ ਬਿਤਹਿ ਨ ਰਾਤ। ਕਵੀ ਜੀ ਕਹਿੰਦੇ ਦੁੱਖ ਬਹੁਤਾ ਹੋਣ ਕਰਕੇ ਰਾਤ ਵੀ ਚੰਦਰੀ ਲੰਮੀ ਹੋ ਗਈ ਹੈ, ਇਹ ਵੀ ਲੰਘਣ ਤੇ ਨਹੀਂ ਆ ਰਹੀ ਹੈ। ਰਾਵੀ ਮਹਿ ਕਰ ਕੈ ਇਸ਼ਨਾਨ। ਜਦੋਂ ਪਹਿਰ ਰਾਤ ਰਹਿੰਦੀ ਸਿੱਖਾਂ ਸੰਗਤ ਨੇ ਰਾਵੀ ਦੇ ਵਿੱਚ ਇਸ਼ਨਾਨ ਕੀਤਾ ਹੈ। ਨਮੋ ਕਰੀ ਸਤਿਗੁਰ ਕੇ ਥਾਨ। ਜਿੱਥੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਪਾਵਨ ਸੰਸਕਾਰ ਕੀਤਾ ਹੈ, ਉੱਥੇ ਸੰਗਤ ਨੇ ਹੱਥ ਜੋੜ ਜੋੜ ਅਰਦਾਸਾਂ ਕੀਤੀਆਂ, ਮੱਥੇ ਟੇਕੇ ਹਨ। ਸੁਧਾ ਸਰੋਵਰ ਦਿਸ਼ਾ ਸਿਧਾਰੇ। ਤੇ ਜਿਹੜੇ ਸਾਧ ਸੰਗਤ ਜੀ ਪੰਜੇ ਸਿੱਖ ਹੈ, ਬਾਬਾ ਵਿਧੀ ਚੰਦ ਜੀ ਵਰਗੇ, ਨਾਲ ਇਹ ਬਾਬਾ ਪੈੜਾ, ਬਾਬਾ ਪੁਰਾਣਾ ਜੀ, ਲੰਗਾ ਜੀ, ਭਾਈ ਜੇਠਾ ਜੀ, ਇੱਥੋਂ ਫਿਰ ਅੰਮ੍ਰਿਤਸਰ ਸਾਹਿਬ ਨੂੰ ਮਹਾਰਾਜ ਦੀ ਅੰਤਮ ਕਿਰਿਆ ਕਰਕੇ ਤੇ ਅੰਮ੍ਰਿਤਸਰ ਸਾਹਿਬ ਨੂੰ ਤੁਰ ਪਏ ਹਨ। ਮਨਹਾ ਕੀਰਤ ਰਣ ਹਾਰ ਪਧਾਰੇ। ਢੈਂਦੀ ਕਲਾ 'ਚ ਜਾ ਰਹੇ, ਇਸ ਤਰ੍ਹਾਂ ਹਾਲ ਹੈ। ਕਵੀ ਜੀ ਕਹਿੰਦੇ ਜਿਵੇਂ
ਜੰਗ ਦੇ ਮੈਦਾਨ 'ਚੋਂ ਕੋ ਸੂਰਮੇ ਹਾਰ ਕੇ ਆਉਂਦੇ ਸਿਰ ਸੁੱਟ ਕੇ, ਇਸ ਤਰ੍ਹਾਂ ਅੰਮ੍ਰਿਤਸਰ ਸਾਹਿਬ ਨੂੰ ਇਹ ਪੰਜੇ ਸਿੱਖ ਜਾ ਰਹੇ ਹਨ। ਸਭ ਪੂੰਜੀ ਜਨ ਬਨਕ ਗਵਾਈ, ਜਿਵੇਂ ਬਾਣੀਏ ਦੀ ਦੁਕਾਨ ਕਿਸੇ ਨੇ ਲੁੱਟ ਲਈ ਹੋਵੇ, ਕਹਿ ਬਨ ਮੈਂ ਸਭ ਵਸਤ ਲੁਟਾਈ। ਜਾਂ ਕਿਸੇ ਵਪਾਰੀ ਨੂੰ ਰਾਹ ਵਿੱਚ ਕਿਸੇ ਲਟੇਰਿਆਂ ਨੇ ਲੁੱਟ ਲਿਆ ਹੋਵੇ, ਉਹਦਾ ਸਭ ਕੁਝ ਹੀ ਲੁੱਟਿਆ ਗਿਆ ਹੋਵੇ। ਹਿਰਦੇ ਵਿਚਾਰਤ ਮਾਤਾ ਪਾਸ, ਇਸ ਤਰ੍ਹਾਂ ਇਹ ਪੰਜੇ ਸਿੱਖ ਵਿਚਾਰੇ ਜਾ ਰਹੇ ਅੰਮ੍ਰਿਤਸਰ ਸਾਹਿਬ ਨੂੰ, ਤੇ ਬਾਬਾ ਬਿਧੀ ਚੰਦ ਨਾਲਦਿਆਂ ਨੂੰ ਕਹਿੰਦਾ ਹੈ, ਬਾਬਾ ਜੇਠਾ ਜੀ, ਭਾਈ ਪੁਰਾਣਾ, ਭਾਈ ਪੈੜਾ, ਭਾਈ ਲੰਗਾ ਨੂੰ ਬਾਬਾ ਬਿਧੀ ਚੰਦ ਕਹਿੰਦਾ, ਭਾਈ ਗੁਰਮੁਖੋ, ਵੀ ਜਦੋਂ ਆਪਾਂ ਮਾਤਾ ਗੰਗਾ ਜੀ ਦੇ ਪਾਸ ਜਾਵਾਂਗੇ, ਕਰਹਿ ਸੂਲ ਸਮਬਾਕ ਪ੍ਰਕਾਸ਼, ਤੇ ਜਦੋਂ ਸੂਲੀ ਜਿਹੜਾ ਸੂਲੀ ਦੁੱਖ ਦਿੰਦੀ, ਜਿੰਨਾ ਆਪਾਂ ਸੂਲੀ ਵਾਂਗੂ ਦੁੱਖ ਦੇਣ ਵਾਲਾ ਜਦੋਂ ਬਚਨ ਕਵਾਂਗੇ ਮਾਤਾ ਗੰਗਾ ਜੀ ਨੂੰ, ਵੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਤਾਂ ਸ਼ਹੀਦ ਹੋ ਗਏ ਆ, ਜਦੋਂ ਮਾਤਾ ਗੰਗਾ ਨੂੰ ਆਪਾਂ ਇੰਨਾ ਦੁੱਖ ਦੇਣ ਵਾਲਾ ਬਚਨ ਆਖਾਂਗੇ, ਜਿਸ ਕੋ ਸੁਣਤ ਗ੍ਰਹਿ ਬਿਕੁਲਾਏ, ਜੇ ਇਸ ਬਚਨ ਨੂੰ ਸੁਣ ਕੇ ਗੁਰੂ ਅਰਜਨ ਦੇਵ ਮਹਾਰਾਜ ਦੇ ਘਰ ਦੀਆਂ ਕੰਧਾਂ ਵੀ ਦੁਖੀ ਹੋ ਜਾਵਣਗੀਆਂ, ਤਿਕ ਬੋਲਣ ਹਮਰੋ ਤਿਸ ਪਾਏ। ਤੇ ਬਾਬਾ ਬਿਧੀ ਚੰਦ ਜੀ ਕਹਿੰਦੇ, ਸਾਥੋਂ ਜਾਂ ਮੇਥੋਂ ਤਾਂ ਹੌਸਲਾ ਨਹੀਂ ਪੈਂਦਾ ਵੀ ਮਾਤਾ ਗੰਗਾ ਜੀ ਨੂੰ ਮੈਂ ਦੱਸ ਦੇਵਾਂ ਵੀ ਗੁਰੂ ਅਰਜਨ ਦੇਵ ਸਾਹਿਬ ਜੀ ਸ਼ਹੀਦ ਹੋ ਗਏ ਹੈ। ਲਾਹਣਤ ਹੋਊਗੀ ਇਹੋ ਜਿਹੇ ਬਚਨ ਕਰਨ ਤੇ, ਜਿਹੜਾ ਬਚਨ ਕਰਿਆ ਧੰਨ ਮਾਤਾ ਗੰਗਾ ਜੀ ਦੇ ਨੇਤਰਾਂ ਦੇ ਵਿੱਚ ਜਲ ਆ ਜਾਵੇ। ਹਰ ਗੋਬਿੰਦ ਬਾਲਤਣ ਬੈਸਾ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਉਮਰ ਵੀ ਕੇਵਲ 12-13 ਵਰ੍ਹਿਆਂ ਦੀ ਹੈ। ਹਮ ਤੇ ਸੁਣ ਹੈ ਬਾਕ ਜਬ ਐਸਾ, ਤੇ ਜਦੋਂ ਸਾਥੋਂ ਸੁਣਨਗੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਗੁਰੂ ਅਰਜਨ ਦੇ ਪਾਤਸ਼ਾਹ ਜੀ ਤਾਂ ਸ਼ਹੀਦ ਹੋ ਗਏ ਹਨ, ਦੁਖੀ ਹੋਏ ਬਹੁਰੁਦਤ ਪੁਕਾਰੈ, ਤੇ ਗੁਰੂ ਅਰਜਨ ਦੇਵ ਮਹਾਰਾਜ ਦੇ ਸੱਚਖੰਡ ਜਾਣ ਤੇ ਸ਼ਹੀਦ ਹੋਣ ਤੇ ਤਸੀਹਾਂ ਦੀ ਗੱਲ ਸੁਣ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੁਖੀ ਹੋ ਕਰਕੇ ਜਦੋਂ ਵਿਰਾਗ ਸਹਿਤ ਆਪਣੇ ਪਿਤਾ ਗੁਰੂ ਅਰਜਨ ਦੇਵ ਮਹਾਰਾਜ ਨੂੰ ਯਾਦ ਕਰਦਿਆਂ, ਤੇ ਸਾਨੂੰ ਜਦੋਂ ਪੁੱਛਣਗੇ, ਕਹਾਂ ਤਜੇ ਪਿਤ ਗੁਰੂ ਉਚਾਰੈ, ਕਿ ਦੱਸੋ ਬਾਬਾ ਬਿਧੀ ਚੰਦ ਜੀ, ਸਾਡੇ ਗੁਰੂ ਪਿਤਾ ਨੂੰ ਕਿੱਥੇ ਛੱਡ ਆਇਓ ਕੱਲਿਆਂ ਨੂੰ, ਤੁਸੀਂ ਆ ਗਏ ਹੋ ਪੰਜੇ, ਤੇ ਸਾਡੇ ਪਿਤਾ ਗੁਰੂ ਅਰਜਨ ਦੇਵ ਜੀ ਤੁਹਾਨੂੰ ਮਗਰ ਲਾ ਕੇ ਲੈ ਕੇ ਗਏ ਸੀ, ਹੁਣ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਪਿਤਾ ਸਾਡੇ ਅੱਗੇ ਲੱਗ ਕੇ ਕਿਉਂ ਨਹੀਂ ਆਏ, ਤੁਸੀਂ ਪੰਜੇ ਮੁੜ ਆਏ ਹੋ, ਸਾਡੇ ਪਿਤਾ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਿੱਥੇ ਹੈ? ਜਦੋਂ ਸਾਨੂੰ ਇਸ ਤਰ੍ਹਾਂ ਪੁੱਛਣਗੇ, ਕਿਆ ਹਮ ਕਹਿ ਜੀਅਤ ਚੱਲ ਆਏ, ਤੇ ਅਸੀਂ ਕੀ ਕਹਾਂਗੇ ਗੁਰੂ ਅਰਜਨ ਹਰਗੋਬਿੰਦ ਸਾਹਿਬ ਮਹਾਰਾਜ ਨੂੰ, ਵੀ ਗੁਰੂ ਅਰਜਨ ਦੇਵ ਪਾਤਸ਼ਾਹ ਸ਼ਹੀਦ ਹੋ ਗਏ ਆ ਤੇ ਅਸੀਂ ਜਿਉਂਦੇ ਮੁੜ ਆਏ ਆ। ਅਸੀਂ ਕਿਵੇਂ ਮੱਥੇ ਲੱਗਾਂਗੇ, ਕਿਵੇਂ ਸਾਹਮਣਾ ਕਰਾਂਗੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ? ਦਸ਼ਾ ਦੇਖ ਅਸ ਦੁੱਖ ਨਹਿ ਪਾਏ, ਇਹੋ ਜੀ ਦਸ਼ਾ ਦੇਖ ਕੇ ਇਹੋ ਜਿਹਾ ਦੁੱਖ ਜਿਹੜਾ ਪ੍ਰਾਪਤ ਹੋਵੇ, ਵੀ ਕਹਿਣਗੇ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਸਾਡੇ ਪਿਤਾ ਨੂੰ ਤਸੀਹਾਂ ਦਿੰਦਿਆਂ ਵੇਖ ਕੇ ਤੁਹਾਡੀ ਜਾਨ ਕਿਉਂ ਨਾ ਨਿਕਲ ਗਈ। ਕਰਦਮ ਰਿਦਾਨ ਬਿਦਰਿਓ ਤਬਿਹੂ, ਤੋ ਬਾਬਾ ਬਿਧੀ ਚੰਦ ਜੀ ਕਹਿੰਦੇ ਵੀ ਸੱਚ ਹੈ ਵੀ ਗੁਰੂ ਅਰਜਨ ਦੇ ਪਾਤਸ਼ਾਹ ਨੂੰ ਸ਼ਹੀਦ ਹੁੰਦਿਆਂ ਤਸੀਹੇ ਦਿੰਦਿਆਂ ਵੇਖ ਕੇ ਚਿੱਕੜ ਦੇ ਵਾਂਗੂ ਸਾਡਾ ਰਿਦਾ ਕਿਉਂ ਨਾ ਪਾੜ ਗਿਆ। ਪਾਣੀ ਤੋਂ ਬਿਨਾਂ ਜਿਵੇਂ ਚਿੱਕੜ ਪਾੜ ਜਾਂਦਾ, ਤੇੜਾਂ ਛੱਡ ਜਾਂਦਾ ਹੈ, ਸਾਡਾ ਸਰੀਰ ਤੇੜਾਂ ਕਿਉਂ ਨਾ ਛੱਡ ਗਿਆ। ਗੁਰੂ ਸਾਡੇ ਵਾਸਤੇ ਪਾਣੀ ਵਰਗੇ ਸਨ। ਜਲ ਗੁਰ ਪ੍ਰੀਤਮ ਵਿਛੁਰੇ ਜਬਹੂ, ਜਦੋਂ ਜਲ ਰੂਪੀ ਗੁਰੂ ਪ੍ਰੀਤਮ ਪਿਆਰੇ ਦੇ ਨਾਲੋਂ ਵਿਛੜੇ ਹਾਂ ਤੇ ਸਾਡਾ ਸਰੀਰ ਰੂਪੀ ਚਿੱਕੜ ਪਾਟ ਕਿਉਂ ਨਾ ਗਿਆ, ਅਸੀਂ ਮਰ ਕਿਉਂ ਨਾ ਗਏ। ਹਮ ਤੇ ਆਛੇ ਬਨ ਕੇ ਹਰਨ, ਤੇ ਬਾਬਾ ਜਿਹੜੇ ਭਾਈ ਪੁਰਾਣਾ ਜੀ ਨਾ, ਉਹ ਕਹਿੰਦੇ ਆ ਵੀ ਬਚਨ ਤਾਂ ਠੀਕ ਹੈ। ਬਾਬਾ ਬਿਧੀ ਚੰਦ ਨਾਲੇ ਤੁਰੇ ਜਾਂਦੇ ਅੰਮ੍ਰਿਤਸਰ ਸਾਹਿਬ ਨੂੰ, ਕਹਿੰਦੇ ਬਾਬਾ ਬਿਧੀ ਚੰਦ ਜੀ ਉਸ ਤਰ੍ਹਾਂ ਵੇਖੀਏ ਤੇ ਸਾਡੇ ਨਾਲੋਂ ਤਾਂ ਜੰਗਲ ਦੇ ਹਰਨ ਹੀ ਚੰਗੇ ਹਨ। ਸੁਣਤ ਨਾਦ ਕੋ ਗਿਨਹਿ ਨ ਮਰਨ, ਉਹਨਾਂ ਦੀ ਨਾਦ ਨਾਲ ਪ੍ਰੀਤੀ ਹੁੰਦੀ, ਕੰਡੇ ਹੇੜੇ ਦੇ ਸਾਜ ਨਾਲ ਪਿਆਰ ਹੁੰਦਾ ਹਰਨ ਦਾ, ਉਹ ਮੌਤ ਨਹੀਂ ਗਿਣਦੇ। ਫਿਰ ਪਤਾ ਹੁੰਦਾ ਵੀ ਸਾਨੂੰ ਸ਼ਿਕਾਰੀ ਡੀਕਦਾ ਪਿਆ, ਕੰਡਾ ਹੇੜਾ ਵਜਾ ਕੇ ਸਾਨੂੰ ਪਕੜ ਲਵੇਗਾ, ਮਾਰ ਦੇਵੇਗਾ, ਪਰ ਹਰਨ ਮੌਤ ਨਹੀਂ ਵੇਖਦੇ ਤੇ ਪਿਆਰ ਨਿਭਾਉਂਦੇ ਆ। ਅਸੀਂ ਗੁਰੂ ਸਾਹਿਬ ਨਾਲ ਪਿਆਰ ਨਹੀਂ ਨਿਭਾ ਸਕੇ। ਹਾਂ, ਤ੍ਰਿਗਦ ਜੋਨ ਕਿਆ ਕੀਟ ਪਤੰਗਾ, ਉਹ ਸਾਡੇ ਨਾਲੋਂ ਤਾਂ
ਪਤੰਗਾ ਚੰਗਾ ਹੈ, ਜਿਹਨੂੰ ਕੀੜੇ ਮਕੌੜੇ ਭੈੜੀ ਜੂਨੀ ਗਿਣਿਆ ਜਾਂਦਾ ਹੈ। ਪ੍ਰੀਤਮ ਹਿਤ ਜਾਰਤ ਨਿਜ ਅੰਗਾ। ਉਹ ਆਪਦੇ ਪਿਆਰੇ ਲਾਟ ਵਾਸਤੇ ਆਪਦਾ ਸਰੀਰ ਸਾੜ ਕੇ ਸੁਆਹ ਕਰ ਦਿੰਦਾ, ਪਰ ਪਿਆਰ ਨਹੀਂ ਛੱਡਦਾ ਹੈ। ਨੀਰ ਥਿਰਹਿ ਤੇ ਮੀਨ ਨਿਹਾਰੋ। ਭਾਈ ਜੇਠਾ ਜੀ ਕਹਿੰਦੇ ਸੱਚ ਹੈ, ਮੱਛੀ ਚੰਗੀ ਆਪਣੇ ਨਾਲੋਂ ਤਾਂ ਜਲਦੀ, ਉਹ ਜਲ ਤੋਂ ਬਾਹਰ ਕੱਢ ਦਈਏ ਤੇ ਮਰ ਜਾਂਦੀ ਹੈ। ਉਹਦਾ ਬਿਰਹਾ ਸਿਆ ਨਹੀਂ ਜਾਂਦਾ, ਉਹਦੇ ਤੋਂ ਜਲ ਦਾ ਵਿਛੋੜਾ ਸਹਿ ਨਹੀਂ ਹੁੰਦਾ। ਆਪਾਂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਸ਼ਹੀਦ ਹੋਣ ਤੋਂ ਬਾਅਦ ਵੀ ਕਿਵੇਂ ਜਿਉਂਦੇ ਫਿਰਦੇ ਹਾਂ। ਦੇਤ ਪ੍ਰਾਣ ਨਹਿ ਕਰਹਿ ਸਵਾਰੋ। ਮੱਛੀ ਪਾਣੀ ਤੋਂ ਬਿਨਾਂ ਝਾਟੀ ਜਾਨ ਦੇ ਦਿੰਦੀ ਹੈ, ਦੇਰੀ ਨਹੀਂ ਲਾਉਂਦੀ ਹੈ। ਭ੍ਰਮਰਤ ਜਹੈ ਨਹਿ ਗੰਧ ਸੁਭਾਉ। ਇਹਨੇ ਨੂੰ ਸਾਧ ਸੰਗਤ ਜੀ ਭਾਈ ਪੈੜਾ ਜੀ ਬੋਲੇ ਸੱਚ ਹੈ ਬਿਲਕੁਲ। ਭੌਰਾ ਆਪਦਾ ਸਰੀਰ ਛੱਡ ਦਿੰਦਾ ਹੈ ਸੁਗੰਧ ਲੈਣ ਬਾਬਤ। ਕਮਲ ਦੇ ਵਿੱਚ ਜਾਂ ਮਾਲ ਕੇਤਕੀ ਦੇ ਫੁੱਲ ਦੇ ਸੂਲ ਵਿੱਚ ਚੁੱਭ ਕੇ ਮਰ ਜਾਂਦਾ, ਪਰ ਮਾਲ ਕੇਤਕੀ ਦੇ ਫੁੱਲ ਦੀ ਪ੍ਰੀਤੀ ਨਹੀਂ ਛੱਡਦਾ ਹੈ। ਪੁਸ਼ਪ ਕੇਤਕੀ ਵੇਧਤ ਜਾਉ। ਭਾਵੇਂ ਮਾਲ ਕੇਤਕੀ ਦੇ ਫੁੱਲ ਦੇ ਕੰਡੇ ਸੂਲੀ ਦੇ ਵਿੱਚ ਹੀ ਵਿੰਨਿਆ ਜਾਂਦਾ, ਸੁਗੰਧੀ ਲੈਣ ਲੱਗਾ, ਪਰ ਸੁਗੰਧੀ ਦਾ ਪ੍ਰੇਮ ਨਹੀਂ ਛੱਡਦਾ ਹੈ। ਹਮ ਪੰਚਾਹ ਤੇ ਪੰਚਾਹ ਜੀਵ। ਉਹ ਇਸ ਤਰ੍ਹਾਂ ਭਾਈ ਲੰਗਾ ਜੀ ਕਹਿੰਦੇ ਸੱਚ ਹੈ ਸਿੱਖੋ, ਸਾਡੇ ਪੰਜਾਂ ਦੇ ਨਾਲੋਂ ਤਾਂ ਇਹ ਪੰਜੇ ਜੀਵ ਜਿਨ੍ਹਾਂ ਨੂੰ ਜਾਨਵਰ ਕਿਹਾ ਜਾਂਦਾ ਹੈ। ਉੱਤਮ ਪ੍ਰੇਮ ਨਿਬਾਹ ਸਦੀਵ। ਹਜ਼ਾਰ ਦਰਜੇ ਚੰਗੇ ਆ ਜਿਹੜੇ ਸਦਾ ਪ੍ਰੇਮ ਨਿਭਾਉਂਦੇ ਆ। ਸਾਥੋਂ ਗੁਰੂ ਸਾਹਿਬ ਮਹਾਰਾਜ ਦੇ ਬਾਬਤ ਪ੍ਰੇਮ ਨਹੀਂ ਨਿਭਾ ਹੋਇਆ ਹੈ। ਪ੍ਰਥਮ ਦੇਖ ਕਰ ਦੁਖ ਕੋ ਗੁਰ ਕੇਰੇ। ਸਾਧ ਸੰਗਤ ਜੀ ਇਹ ਝੁਰਦੇ ਆ ਸਿੱਖ, ਪਰ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੇ ਭਾਵੇਂ ਇਹਨਾਂ ਨੂੰ ਹੁਕਮ ਕੀਤਾ ਸੀ ਵੀ ਇਹ ਤਾਂ ਸਿੱਖਾਂ ਦਾ ਪ੍ਰੇਮ ਹੈ ਨਾ, ਇਹ ਤਾਂ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਹੀ ਸ਼ਹੀਦ ਹੋ ਜਾਂਦੇ, ਪਰ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਹੁਕਮ ਸੀ ਵੀ ਤੁਸੀਂ ਕੁਝ ਨਹੀਂ ਕਹਿਣਾ, ਸ਼ਾਂਤ ਰਹਿਣਾ। ਪਰ ਫਿਰ ਵੀ ਤਾਂ ਵੀ ਝੁਰੀ ਜਾਂਦੇ ਆ ਵੀ ਸੱਚੇ ਪਾਤਸ਼ਾਹ ਮਹਾਰਾਜ ਤੋਂ ਬਿਨਾਂ ਅਸੀਂ ਸਾਡੇ ਸਰੀਰ ਤੁਰੇ ਕਿਵੇਂ ਫਿਰਦੇ ਆ, ਸਾਨੂੰ ਸਾਹ ਕਿਵੇਂ ਆ ਰਿਹਾ ਹੈ, ਸਾਡਾ ਪ੍ਰੇਮ ਝੂਠਾ ਹੈ। ਇਹ ਸਿੱਖ ਝੁਰ ਰਹੇ ਹੈ। ਪਹਿਲਾ ਪ੍ਰੇਮ ਜਿਹੜਾ ਨਾ ਪ੍ਰਥਮ ਦੇਖ ਗੁਰ ਦੁੱਖ ਗੁਰ ਕੇਰੇ ਤੋਂ ਬਾਬਾ ਬਿਧੀ ਚੰਦ ਜੀ ਕਹਿੰਦੇ ਆਪਾਂ ਪਹਿਲਾਂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੂੰ ਦੇਗ ਚੁੱਬਲਦੇ ਵੇਖਿਆ, ਫਿਰ ਆਪਾਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੂੰ ਰੇਤੇ ਤੇ ਬੈਠਿਆਂ ਸੀਸ 'ਚ ਤੱਤਾ ਰੇਤਾ ਪੈਂਦਾ ਵੇਖਿਆ। ਐਡੇ ਮਾੜੇ ਭਾਗ। ਫਿਰ ਆਪਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੂੰ 2 ਪਹਿਰ ਤੱਤੀ ਤਵੀ ਤੇ ਬਹਿੰਦੇ ਵੀ ਵੇਖ ਕੇ ਆਏ ਆ। ਇਸ ਤਰ੍ਹਾਂ ਦੇ ਬਚਨ ਕਹਿੰਦੇ ਬਾਬਾ ਬਿਧੀ ਚੰਦ ਜੀ ਨੇਤਰਾਂ 'ਚੋਂ ਜਲ ਕੇ ਆਏ ਹੈ, ਅੱਖਾਂ ਭਰ ਆਏ ਹਨ। ਅਬ ਗੁਰ ਪਤਨੀ ਸੁਤ ਦੁਖ ਹੇਰੇ। ਕਹਿੰਦੇ ਪਹਿਲਾਂ ਗੁਰੂ ਅਰਜਨ ਦੇਵ ਮਹਾਰਾਜ ਨੂੰ ਤਸੀਹੇ ਆਉਂਦੇ ਵੇਖੇ, ਹੁਣ ਮਾਤਾ ਗੰਗਾ ਜੀ ਦਾ ਦੁੱਖ ਵੇਖਾਂਗੇ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਦੁੱਖ ਵੇਖਣਾ ਪਵੇਗਾ। ਦੁੱਖ ਪਹਿਲਾਂ ਹੀ ਬਹੁਤ ਵੇਖ ਚੁੱਕੇ ਹਾਂ, ਅਜੇ ਹੋਰ ਦੁੱਖ ਵੇਖਣਾ ਬਾਕੀ ਹੈ। ਏਵ ਵਿਚਾਰਤ ਆਰਤ ਹੋਤੇ। ਇਹਦੇ ਨਾਲੋਂ ਚੰਗਾ ਤਾਂ ਅਸੀਂ ਗੁਰੂ ਅਰਜਨ ਦੇਵ ਮਹਾਰਾਜ ਦੇ ਨਾਲ ਹੀ ਸ਼ਹੀਦ ਹੋ ਜਾਂਦੇ। ਮਾਤਾ ਗੰਗਾ ਦੇ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਨੇਤਰਾਂ 'ਚ ਜਲ ਵੇਖਣ ਨਾਲੋਂ ਚੰਗਾ ਹੈ। ਇਸ ਤਰ੍ਹਾਂ ਬਚਨ ਜੇ ਕਰਕੇ ਸਾਧ ਸੰਗਤ ਜੀ ਬੜੇ ਦੁਖੀ ਹੁੰਦੇ ਆ ਤੇ ਰੋਂਦੇ ਹੋਏ ਨੇਤਰਾਂ 'ਚੋਂ ਜਲ ਕੇਰਦੇ ਹੋਏ ਅੰਮ੍ਰਿਤਸਰ ਤੁਰੇ ਜਾਂਦੇ ਆ। ਬਦਨ ਖਿੰਨ ਦੁੱਤ ਨਹੀਂ ਉਦੇਤੇ। ਤੇ ਇਸ ਤਰ੍ਹਾਂ ਦਾ ਇਹਨਾਂ ਦੀ ਹਾਲ ਹੈ ਇਹਨਾਂ ਪੰਜਾਂ ਸਿੱਖਾਂ ਦਾ। ਚੱਲਦੇ ਜਾ ਰਹੇ ਹੈ, ਮੁੱਖ ਦੇ ਚਿਹਰੇ ਦੀ ਸ਼ੋਭਾ ਜਮਾਂ ਹੀ ਨਹੀਂ ਰਹਿ ਗਈ ਹੈ। ਚਿਹਰੇ ਬਿਲਕੁਲ ਸਿੱਖਾਂ ਦੇ ਮੁਰਝਾਏ ਹੋਏ ਹਨ। ਪ੍ਰਵੇਸ਼ੇ ਜਾਏ ਸੁਧਾਸਰ ਨਗਰੀ। ਤੇ ਚੱਲਦੇ ਚਲਾਉਂਦੇ ਲਾਹੌਰੋਂ ਤੁਰੇ ਤੇ ਅੰਮ੍ਰਿਤਸਰ ਸਾਹਿਬ ਪਵਿੱਤਰ ਨਗਰ ਵਿੱਚ ਜਾ ਵੜੇ। ਅਸਰ ਬਿਮੋਚ ਬਿਲੋਕਤ ਸਗਰੀ। ਤੇ ਸਾਰਾ ਅੰਮ੍ਰਿਤਸਰ ਸ਼ਹਿਰ ਵੜਦਿਆਂ ਸਾਧ ਸੰਗਤ ਜੀ ਇਹ ਉਹ ਪਵਿੱਤਰ ਸ਼ਹਿਰ ਹੈ ਜਿੱਥੇ ਗੁਰੂ ਅਰਜਨ ਦੇਵ ਮਹਾਰਾਜ ਨੇ ਆਪ ਸਿੱਖਾਂ ਨੂੰ ਲਿਆ ਕੇ ਬਿਠਾਇਆ, ਉਹਨਾਂ ਦੇ ਘਰ ਵਸਾਏ, ਘਰ ਪਾ ਕੇ ਦਿੱਤੇ, ਸਾਰਾ ਸ਼ਹਿਰ ਵਸਾਇਆ। ਤੇ ਇਹ 5 ਸਿੱਖ ਜਦੋਂ ਅੰਮ੍ਰਿਤਸਰ ਸਾਹਿਬ ਦੀਆਂ ਗਲੀਆਂ ਕੰਧਾਂ ਵੇਖਦੇ ਆ ਤੇ ਮਹਾਰਾਜ ਨੂੰ ਯਾਦ ਕਰਦੇ ਸੱਚੇ ਪਾਤਸ਼ਾਹ ਜੇ ਇੱਧਰ ਦੀ ਪ੍ਰਸ਼ਾਦਾ ਛਕਣ ਜਾਂਦੇ ਸੀ, ਇੱਧਰ ਦੀ ਮਹਾਰਾਜ ਭਾਈ ਸਾਲੋ ਦੇ ਟੋਭੇ ਤੇ ਜਾਂਦੇ ਸਨ। ਇਸ ਤਰ੍ਹਾਂ ਵੇਖ ਕੇ ਨੇਤਰਾਂ ਦੇ ਵਿੱਚੋਂ ਜਲ ਕਿਰਦਾ ਹੈ। ਜੈ ਸ੍ਰੀ ਹਰਗੋਬਿੰਦ ਆਨੰਦਤ। ਇਸ ਤਰ੍ਹਾਂ ਵਿਰਾਗ ਦੇ ਸਹਿਤ ਤੁਰੇ ਜਾਂਦੇ ਜਿੱਥੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਨੰਦ ਦੇ ਦਾਤੇ ਬੈਠੇ ਹੋਏ ਸਜੇ ਹੋਏ ਹਨ। ਆਏ ਖਰੇ ਪਗ ਪੰਕਜ ਬੰਦਤ। ਇਹ 5 ਸਿੱਖ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਸ਼ਹੀਦੀ ਤੋਂ ਬਾਅਦ ਅੰਮ੍ਰਿਤਸਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਿੱਥੇ ਸਜੇ ਉੱਥੇ ਪਹੁੰਚੇ। ਸਾਹਮਣੇ ਆ ਕੇ ਮਹਾਰਾਜ ਦੇ ਅੱਗੇ ਹੱਥ ਜੋੜ ਲਏ,
ਚਰਨ ਕਮਲਾਂ ਤੇ ਮੱਥਾ ਟੇਕਿਆ ਹੈ। ਦਿਨ ਕੋ ਗਿਣਤ ਗੁਰੂ ਜਬ ਗਏ। ਇਧਰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਉਦਣ ਦੇ ਦਿਨ ਗਿਣ ਰਹੇ ਆ ਜਿੱਦਣ ਦੇ ਧੰਨ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਪਿਤਾ ਸ਼੍ਰੀ ਜੀ ਲਾਹੌਰ ਗਏ ਹੋਏ ਆ। ਗੁਰੂ ਹਰਗੋਬਿੰਦ ਸਾਹਿਬ ਜੀ ਉਦਣ ਦੇ ਉਡੀਕ ਕਰ ਰਹੇ, ਦਿਨ ਗਿਣ ਰਹੇ ਵੀ ਕਦੋਂ ਸੱਚੇ ਪਾਤਸ਼ਾਹ ਜੀ ਆਉਣਗੇ। ਏਤਿਕ ਬਿਰਹਿ ਤਿਨਹੁ ਕੇ ਪਏ। ਇੰਨਾ ਬਿਰਹਾ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਮਨ ਵਿੱਚ ਪਿਆ ਹੋਇਆ ਹੈ ਪਿਤਾ ਦੇ ਵਿਛੋੜੇ ਦਾ। ਕਰਤ ਪ੍ਰਤੀਖਣ ਕਬ ਇਤ ਆਵੈ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਉਡੀਕ ਕਰ ਰਹੇ ਆ ਵੀ ਕਿਹੜਾ ਵੇਲਾ ਹੋਵੇਗਾ ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਪਿਤਾ ਜੀ ਫਿਰ ਮੁੜ ਕੇ ਅੰਮ੍ਰਿਤਸਰ ਸਾਹਿਬ ਆਉਣਗੇ ਸਾਡੇ ਵਿੱਚ। ਪ੍ਰਿਯ ਦਰਸ਼ਨ ਸੁੰਦਰ ਦਿਖਰਾਵੈ। ਆਪਣਾ ਸੁੰਦਰ ਦਰਸ਼ਨ ਜਿਹੜਾ ਮੁਖਾਰ ਬਿੰਦ ਚਿਹਰਾ ਸੋਹਣੇ ਦਰਸ਼ਨ ਸਾਨੂੰ ਦਿਖਾਉਣਗੇ। ਬੈਠਾ ਹੈ ਜਬਹਿ ਲਗਾਏ ਦੀਵਾਨ। ਸਾਧ ਸੰਗਤ ਜੀ ਕਿਹੜਾ ਵੇਲਾ ਹੋਵੇਗਾ ਗੁਰੂ ਹਰਗੋਬਿੰਦ ਸਾਹਿਬ ਜੀ ਉਡੀਕਦੇ ਸੀ ਕਿੰਨੇ ਸਮੇਂ ਤੋਂ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਕਦੋਂ ਆਉਣਗੇ ਤੇ ਕਦੋਂ ਦੀਵਾਨ ਸਜਣਗੇ, ਸੰਗਤਾਂ ਆਉਣਗੀਆਂ। ਤੇ ਜਦੋਂ ਇਹ ਪੰਜ ਸਿੱਖ ਆਏ ਨਾ ਤੇ ਆਉਂਦਿਆਂ ਨੂੰ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਦੋਂ ਇਹਨਾਂ ਨੇ ਮੱਥਾ ਟੇਕਿਆ ਪਾਤਸ਼ਾਹ ਦੇ ਚਰਨਾਂ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਆ ਗਏ ਹੋ ਭਾਈ, ਅਸੀਂ ਤਾਂ ਬੜਾ ਵਿਛੋੜੇ ਵਿੱਚ ਸਾਂ, ਕਿੰਨੇ ਦਿਨਾਂ ਦੇ ਉਡੀਕਦੇ ਸਾਂ। ਉਹਨਾਂ ਨੂੰ ਮਹਾਰਾਜ ਜਾਣੀ ਜਾਣ ਤਾਂ ਹੈ ਹੀ ਹੈ, ਪਰ ਸਾਧ ਸੰਗਤ ਜੀ ਵਿਰਾਗ ਦੀ ਕਿਰਿਆ ਕਵੀ ਜੀ ਵਿਖਾ ਰਹੇ ਹੈ, ਪਿਤਾ ਪੁੱਤ ਦਾ ਪ੍ਰੇਮ ਕੀ ਹੈ। ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਪੁੱਛਦੇ ਆ ਬਾਬਾ ਬਿਧੀ ਚੰਦ ਜੀ ਆ ਗਏ ਹੋ, ਅਸੀਂ ਤਾਂ ਕਿੱਦਣ ਦੇ ਸਤਿਗੁਰਾਂ ਨੂੰ ਉਡੀਕਦੇ ਸਾਂ ਵੀ ਕਦੋਂ ਮਹਾਰਾਜ ਆਉਣਗੇ ਤੇ ਦੀਵਾਨ ਸਜੇਗਾ, ਸਾਨੂੰ ਦਰਸ਼ਨ ਬਖਸ਼ ਕੇ ਨਿਹਾਲ ਕਰਨਗੇ। ਸਿੱਖ ਸੰਗਤ ਦਰ ਸਹਿਗਨ ਆਨ। ਕਦੋਂ ਸਾਰੀ ਸੰਗਤ ਆਵੇਗੀ, ਮਹਾਰਾਜ ਆਉਣਗੇ ਤੇ ਸਿੱਖ ਸੰਗਤਾਂ ਮਹਾਰਾਜ ਦੇ ਦਰਸ਼ਨ ਕਰਕੇ ਨਿਹਾਲ ਹੋਣਗੀਆਂ। ਦੇਖ ਤਿਨਹਾ ਕੋ ਹੋਏ ਆਨੰਦਾ। ਸਤਿਗੁਰੂ ਅਰਜਨ ਦੇ ਮਹਾਰਾਜ ਦੇ ਦਰਸ਼ਨ ਕਰਕੇ ਤਾਂ ਸਾਨੂੰ ਸਮੇਤ ਸਿੱਖਾਂ ਨੂੰ ਸੰਗਤ ਨੂੰ ਆਨੰਦ ਹੋ ਜਾਂਦਾ, ਚਾਹ ਚੜ ਜਾਂਦੇ ਹਨ। ਜਨਮ ਜਨਮ ਕੇ ਕਾਟੈ ਫੰਦਾ। ਇਹਨਾਂ ਦੇ ਦਰਸ਼ਨ ਕਰਕੇ ਤਾਂ ਜਨਮਾਂ ਜਨਮਾਂਤਰਾਂ ਦੀ ਫਾਹੀ ਫੰਦੇ ਕੱਟੇ ਜਾਂਦੇ ਐ। ਮਨ ਉਦਾਸ ਤਬ ਪ੍ਰਾਪਤ ਸ਼ਾਂਤੀ। ਜਦੋਂ ਦੇ ਮਹਾਰਾਜ ਗਏ ਆ ਸਾਡਾ ਮਨ ਉਦਾਸ ਹੈ ਤੇ ਅੱਜ ਸਾਨੂੰ ਸ਼ਾਂਤੀ ਪ੍ਰਾਪਤ ਹੋਈ ਹੈ। ਹੋਏ ਖੁਸ਼ੀ ਕਬ ਸੀਤਲ ਛਾਤੀ। ਅਸੀਂ ਉਡੀਕਦੇ ਸੀ ਕਦੋਂ ਗੁਰੂ ਅਰਜਨ ਦੇਵ ਸਾਹਿਬ ਜੀ ਆਉਣਗੇ ਪਿਤਾ ਜੀ, ਸਾਨੂੰ ਖੁਸ਼ੀ ਮਿਲੇਗੀ, ਸਾਡੀ ਕਲੇਜੇ ਸਾਡੇ ਨੂੰ ਠੰਡ ਪਏਗੀ ਪਿਤਾ ਦੇ ਗਲ ਲੱਗ ਕੇ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਇਉਂ ਜਣਾ ਰਹੇ ਆ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਆ ਗਏ ਤੇ ਸ਼ਾਇਦ ਪਿੱਛੇ ਸੰਗਤ ਮਿਲ ਰਹੀ, ਮਹਾਰਾਜ ਦਰਸ਼ਨ ਕਰ ਰਹੀ ਹੈ ਤੇ ਪੰਜ ਸਿੱਖ ਸਾਡੇ ਪਾਸ ਆ ਗਏ ਹੈ। ਇਹ ਕਵੀ ਜੀ ਮਹਾਰਾਜ ਦਾ ਇਸ ਤਰ੍ਹਾਂ ਜਿਹੜਾ ਵਾ ਉਹ ਸੁਭਾਅ ਜਣਾ ਰਹੇ ਹੈ। ਤੋ ਗਰੀਬ ਨਵਾਜ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੀ ਸ਼ਹਾਦਤ ਹੋ ਚੁੱਕੀ। ਇਹਨਾਂ ਪੰਜਾਂ ਸਿੱਖਾਂ ਨੇ ਫਿਰ ਸਾਧ ਸੰਗਤ ਜੀ ਜਦੋਂ ਇੱਥੇ ਆਏ, ਬਾਬਾ ਗੁਰਦਾਸ ਜੀ ਵੀ ਭੱਜ ਕੇ ਆਏ, ਭਾਈ ਸਾਹਿਬ ਭਾਈ ਤੋ ਬਾਬਾ ਬੁੱਢਾ ਸਾਹਿਬ ਜੀ ਵੀ, ਹੋਰ ਸਾਰੇ ਸਿੱਖ ਦਵਾ ਆਏ ਵੀ ਹੁਣ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਆ ਗਏ ਹੋਣੇ ਆ। ਇੱਧਰ ਫਿਰ ਸਿੱਖਾਂ ਨੇ ਰੋ ਰੋ ਕੇ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੀ ਸ਼ਹੀਦੀ ਦਾ ਪ੍ਰਸੰਗ ਸੁਣਾਇਆ। ਸਭ ਦੇ ਮੁਖ ਪੀੜੇ ਪੈ ਗਏ ਸੁਣ ਕੇ। ਫਿਰ ਜਿਵੇਂ ਸੱਚੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੁਣਦੇ ਆ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਸ਼ਹੀਦੀ ਦਾ ਪ੍ਰਸੰਗ, ਉਹ ਕੱਲ੍ਹ ਵਿਚਾਰ ਲਵਾਂਗੇ। ਦੀਨਾ ਬੰਧੂ ਦਇਆ ਨਿਧ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਸਾਹਿਬ ਸੱਚੇ ਪਾਤਸ਼ਾਹ, ਜਿਹੜੇ ਸਾਧ ਸੰਗਤ ਜੀ ਗੁਰੂ ਗਰੀਬ ਨਵਾਜ 28 ਸਾਲ 4 ਮਹੀਨੇ ਤੇ ਸਾਧ ਸੰਗਤ ਜੀ 11 ਦਿਨ ਉੱਤੇ ਸੀ ਜਦੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਪਾਵਨ ਪਵਿੱਤਰ ਗੁਰਤਾ ਸਿੰਘਾਸਣ ਤੇ ਸੱਚੇ ਪਾਤਸ਼ਾਹ ਜੀ ਸਜੇ ਆ। ਫਿਰ ਸੱਚੇ ਪਾਤਸ਼ਾਹ ਮਹਾਰਾਜ ਜੀ 55 ਵਾਹਿਗੁਰੂ ਸਾਧ ਸੰਗਤ ਜੀ 53 ਸਾਲ 1 ਮਹੀਨਾ 12 ਦਿਨ ਗੁਰੂ ਗਰੀਬ ਨਵਾਜ ਦੀ ਕੁੱਲ ਉਮਰ ਹੋਈ ਹੈ। ਦੀਨ ਦਿਆਲ ਸੱਚੇ ਪਾਤਸ਼ਾਹ ਜੀ 1662 ਬਿਕਰਮੀ ਸੰਮਤ 22 ਜੇਠ ਤੇ ਉਹ ਸਾਧ ਸੰਗਤ ਜੀ 3 ਚੌਥ ਸੀ ਸੁਦੀ, ਜੇਠ ਮਹੀਨਾ ਸੁਦੀ ਚੌਥ 1662 ਬਿਕਰਮੀ ਸੰਮਤ 22 ਜੇਠ ਵਾਲੇ ਦਿਨ ਸ਼ੁੱਕਰਵਾਰ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਸੱਚਖੰਡ ਨੂੰ ਚਾਲਾ ਮਾਰਿਆ। 24 ਸਾਲ 9 ਮਹੀਨੇ 2 ਦਿਨ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਗੁਰਤਾ ਸਿੰਘਾਸਣ 'ਤੇ ਬੈਠ ਕਰਕੇ ਜੀਵਾਂ ਦੀ ਕਲਿਆਣ ਕੀਤੀ। ਤੋ ਜਿੰਨੇ ਮਹਾਰਾਜ ਦੇ ਪਰਉਪਕਾਰ ਕੀਤੇ ਹੋਏ ਹੈ ਉਹ ਆਪਾਂ ਤਕਰੀਬਨ 6 ਮਹੀਨੇ ਤੋਂ ਲਗਾਤਾਰ ਨਿਤ ਪ੍ਰਤ ਘੰਟਾ ਸਵਾ ਘੰਟਾ ਕਥਾ ਸੁਣਦੇ ਹਾਂ। ਅਤੇ 6 ਮਹੀਨਿਆਂ ਵਿੱਚ ਜਾ ਕਰਕੇ ਸਾਧ ਸੰਗਤ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦਾ ਪਾਵਨ ਪਵਿੱਤਰ ਇਤਿਹਾਸ ਜਿਹੜਾ ਉਹ ਆਪਾਂ ਸੁਣਿਆ। ਅਤੇ ਅਜੇ ਬੜਾ ਇਤਿਹਾਸ ਜਿਹੜਾ ਲਿਖ ਨਹੀਂ ਹੋਇਆ ਹੈ।
ਤੋ ਬੜੇ ਇਸ ਤੋਂ ਵੀ ਇਲਾਵਾ ਮਹਾਰਾਜ ਦੇ ਵੱਡੇ ਵੱਡੇ ਪਰਉਪਕਾਰ ਹੈ ਸੱਚੇ ਪਾਤਸ਼ਾਹ ਗਰੀਬ ਨਵਾਜ ਜੀਆਂ ਦੇ। ਤੋ ਕਿੰਨਾ ਮਹਾਰਾਜ ਦਾ ਜੀਵਨ ਵਿਚਾਰਨ ਲੱਗਿਆ ਇੰਨਾ ਸਮਾਂ ਲੱਗ ਜਾਂਦਾ ਹੈ, ਅਤੇ ਸੱਚੇ ਪਾਤਸ਼ਾਹ ਨੇ ਕਿੰਨੇ ਕਿੰਨੇ ਮਹਾਰਾਜ ਨੇ ਪਰਉਪਕਾਰ ਕੀਤੇ ਹੋਣਗੇ। ਫਿਰ ਸਤਿਗੁਰਾਂ ਦੀ ਸਭ ਤੋਂ ਵੱਧ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਹੈ। 30 ਰਾਗਾਂ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਹੈ। ਉਹਦੀ ਕਥਾ ਕਰਨ ਲੱਗ ਜਾਓ ਸਾਧ ਸੰਗਤ ਜੀ, ਕਿੰਨਾ ਫਿਰ ਉਹਦੇ 'ਤੇ ਸਮਾਂ ਲੱਗੇਗਾ। 3-3 ਸਾਲ ਗੁਰੂ ਅਰਜਨ ਦੇਵ ਮਹਾਰਾਜ ਦੀ ਇਕੱਲੇ ਪਾਵਨ ਪਵਿੱਤਰ ਗੁਰਬਾਣੀ ਦੀ ਕਥਾ ਹੋ ਸਕਦੀ ਹੈ। ਕਿੰਨਾ ਵੱਡਾ ਪਰਉਪਕਾਰ, ਕਿੰਨਾ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਜੀਵਨ ਵਿੱਚ ਜੀਵਾਂ ਦੀ ਕਲਿਆਣ ਕੀਤੀ ਹੈ, ਉਹ ਆਪਾਂ ਪਿਛਲੇ ਸਮੇਂ ਤੋਂ ਸੁਣ ਕਰਕੇ ਲਾਹਾ ਪ੍ਰਾਪਤ ਕਰ ਰਹੇ ਹਾਂ। ਅੱਗੇ ਜਿਵੇਂ ਸਾਧ ਸੰਗਤ ਜੀ ਫਿਰ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਗੁਰਤਾ 'ਤੇ ਸਜਦੇ ਹੈ। ਜਿਵੇਂ ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਸਾਰੇ ਜਿਹੜੇ ਵੈ ਉਹ ਪੂਰੇ ਕੀਤੇ ਮਹਾਰਾਜ ਦੇ ਬਚਨ, ਪ੍ਰਣ ਕਰਨਾ ਵੀ ਚੰਦੂ ਦੇ ਨੱਕ 'ਚ ਨਕੇਲ ਪਾਵਾਂਗੇ, ਉਹ ਪ੍ਰਸੰਗ ਅੱਗੇ ਆਉਣਗੇ। ਨਿਤਾ ਪ੍ਰਤੀ ਹਾਜ਼ਰੀਆਂ ਭਰ ਕੇ ਸਰਵਣ ਕਰੀਏ ਜੀ। ਹੋਈਆਂ ਭੁੱਲਾਂ ਦੀ ਖਿਮਾ ਗਰੀਬ ਨਵਾਜ ਆਪ ਸਾਰੀ ਸੰਗਤ ਦੇ ਦਰ ਹਾਜ਼ਰੇ ਪ੍ਰਵਾਨ ਕਰਨ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਦੇਖਤ ਨਹਾ ਕੋ ਹੋਏ ਆਨੰਦਾ, ਜਨਮ ਜਨਮ ਕੇ ਕਾਟੈ ਫੰਦਾ। ਮਨ ਉਦਾਸ ਤਬ ਪ੍ਰਾਪਤ ਸ਼ਾਂਤੀ, ਹੋਏ ਖੁਸ਼ੀ ਤਬ ਸੀਤਲ ਛਾਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।